ਅਸੀਂ ਕਰੀਬ 3500 ਜਿਹੜੇ ਵਹੀਕਲ ਹੈ ਜਿਹੜਾ ਚਲਾਨ ਕੀਤਾ। ਸੇਮ ਕਾਨੂੰਨ ਜਿਹੜਾ ਦਿਨ ਵੇਲੇ ਹੈ ਉਹੀ ਰਾਤ ਨੂੰ ਹੈ। ਰਾਤ ਨੂੰ ਵੀ ਅਗਰ ਜੇ ਕੋਈ ਵਾਇਲੇਸ਼ਨ ਕਰਦਾ ਫੜਿਆ ਜਾਂਦਾ ਤਾਂ ਉਹਦੇ ਖਿਲਾਫ ਵੀ ਉਨੀ ਹੀ ਕਾਰਵਾਈ ਹੋਈ। ਕੁਝ ਸੋਸ਼ਲ ਮੀਡੀਆ 'ਚ ਸਭ ਤੋਂ ਜਿਹੜੀ ਦਿੱਕਤ ਵਾਲੀ ਗੱਲ ਹੈ ਝੂਠੀ ਅਫਵਾਹ ਫੈਲਾਉਣਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਸਪੋਕਸਮੈਨ ਟੀਵੀ ਤੇ ਮੈਂ ਹਾਂ ਤੇਜਿੰਦਰ ਸਿੰਘ ਫਤਿਹਪੁਰ। ਅੱਜ ਅਸੀਂ ਕਰੋਨਾ ਵਾਇਰਸ ਦੇ ਚੱਲਦਿਆਂ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਦਿਨ ਰਾਤ ਇੱਕ ਕਰਕੇ ਸਾਡੇ ਸਾਰਿਆਂ ਦੀ ਜਾਨ ਬਚਾਉਣ ਲਈ, ਸਾਡੇ ਸਾਰਿਆਂ ਦੀ ਸਿਹਤ ਦੀ ਰਖਵਾਲੀ ਲਈ ਕੰਮ ਕਰ ਰਿਹਾ ਹੈ। ਸੋ ਉਸ ਬਾਬਤ ਅਸੀਂ ਜ਼ਿਆਦਾ ਜਾਣਕਾਰੀ ਲੈਣ ਲਈ ਅੱਜ ਪਹੁੰਚੇ ਹਾਂ ਪਟਿਆਲਾ ਦੇ SSP ਸਾਹਿਬ ਕੋਲ, ਸਰਦਾਰ ਮਨਦੀਪ ਸਿੰਘ ਸਿੱਧੂ ਕੋਲ। ਸਿੱਧੂ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਬਹੁਤ ਬਹੁਤ ਮਿਹਰਬਾਨੀ। ਮੈਂ ਤੁਹਾਡੇ ਜਿਹੜੇ ਸਪੋਕਸਮੈਨ ਦੇ ਸਾਰੇ ਸਰੋਤਿਆਂ ਨੂੰ ਵੀ ਫਤਿਹ ਬੁਲਾਉਣਾ। ਸਿੱਧੂ ਸਾਹਿਬ, ਸਭ ਤੋਂ ਪਹਿਲਾਂ ਮੇਰਾ ਇਹ ਸਵਾਲ ਆ ਕਿ ਇਸ ਟਾਈਮ ਜਿਹੜੀ ਫਰੰਟ ਲਾਈਨ 'ਤੇ ਜਾਂ ਪੁਲਿਸ ਹੈ ਜਾਂ ਡਾਕਟਰ ਨੇ ਜਿਹੜੇ ਸਾਰੇ ਲੋਕਾਂ ਦੀ ਸੁਰੱਖਿਆ ਲਈ ਦਿਨ ਰਾਤ ਮੁਸਤੈਦ ਨੇ, ਸੜਕਾਂ 'ਤੇ ਖੜੇ ਨੇ, ਘਰੋਂ ਬਾਹਰ ਨੇ। ਸੋ ਇਸ ਸਾਰੇ ਕਾਸੇ ਦੇ ਵਿੱਚ ਸਭ ਤੋਂ ਪਹਿਲਾਂ ਮੇਰਾ ਸਵਾਲ ਇਹੀ ਹੈ ਕਿ ਪੁਲਿਸ ਆਪਣੀ ਸਿਹਤ ਦਾ ਕਿਸ ਤਰ੍ਹਾਂ ਖਿਆਲ ਰੱਖ ਰਹੀ ਹੈ? ਤੁਸੀਂ ਜ਼ਿਲ੍ਹਾ ਪੁਲਿਸ ਮੁਖੀ ਹੋ, ਸੋ ਬਤੌਰ ਘਰ ਦੇ ਮੁਖੀ ਤੁਸੀਂ ਸਾਰੇ ਆਪਣੇ ਪਰਿਵਾਰ ਦਾ, ਸਾਰੇ ਜ਼ਿਲ੍ਹੇ ਦੀ ਪੁਲਿਸ ਦਾ, ਉਹਨਾਂ ਦੀ ਸਿਹਤ ਦਾ ਕਿਸ ਤਰ੍ਹਾਂ ਖਿਆਲ ਰੱਖ ਰਹੇ ਹੋ? ਇਹ ਜਿਵੇਂ ਤੇਜਿੰਦਰ ਜੀ, ਇਹਦੇ 'ਚ ਜਿਹੜੀ ਮੇਨ ਜਿਹੜਾ ਜਦੋਂ ਬੰਦਾ ਇਹਨੂੰ ਵਾਇਰਸ ਕਿਸੇ ਨੂੰ ਹੁੰਦਾ ਅਤੇ ਜਾਂ ਵਾਇਰਸ ਡਿਟੈਕਟ ਕਰਨਾ ਅਤੇ ਉਹ ਡਾਕਟਰਸ ਦਾ ਬੜਾ ਵੱਡਾ ਰੋਲ ਹੈ। ਪਰ ਡਾਕਟਰਸ ਉਦੋਂ ਉਹਨੂੰ ਡੀਲ ਕਰਦੇ ਆ ਜਦੋਂ ਆਦਮੀ ਨੂੰ ਕੋਈ ਉਹਦੇ 'ਚ ਸਿੰਪਟਮ ਆਉਂਦੇ ਆ ਅਤੇ ਜਾਂ ਉਹਦੇ ਵਿੱਚ ਉਹਨੂੰ ਕੋਈ ਸ਼ੱਕ ਪੈਂਦਾ ਜਾਂ ਟਰੇਸ ਹੁੰਦਾ। ਅਤੇ ਉਸ ਤੋਂ ਪਹਿਲਾਂ ਜਿਹੜੀ ਇੱਕ ਫਰੰਟ ਲਾਈਨ ਦੇ ਵਿੱਚ ਜਿਹੜੀ ਬਤੌਰ ਪੁਲਿਸ ਜਿਹੜੀ ਸਾਡੀ ਉਹ ਇਸ ਢੰਗ ਦਾ ਅਸੀਂ ਉਹ ਕਰ ਰਹੇ ਹਾਂ, ਜਿਹੜਾ ਕਿ ਲੋਕਾਂ ਨੂੰ ਇਸ ਗੱਲ ਲਈ ਕਹਿਣਾ ਕਿ ਉਹਨਾਂ ਨੂੰ ਵਾਇਰਸ ਨਾ ਲੱਗੇ। ਡਾਕਟਰਸ ਹੌਸਪੀਟਲ ਗਿਆ ਨੂੰ ਜਦੋਂ ਵਾਇਰਸ ਆ ਜਾਂਦਾ ਤਾਂ ਉਹਨੂੰ ਬਚਾਉਂਦੇ ਆ। ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਪੁਲਿਸ ਕਿ ਉਹਨਾਂ ਨੂੰ ਇਹ ਵਾਇਰਸ ਨਾ ਉਹਨਾਂ ਦੇ ਨੇੜ ਆਵੇ ਅਤੇ ਉਹਨਾਂ ਨੂੰ ਪਹਿਲਾਂ ਹੀ ਆਪਣੇ ਘਰਾਂ ਦੇ ਵਿੱਚ ਰਹਿਣ ਲਈ ਪ੍ਰੇਰਿਤ ਕਰੀਏ। ਇਸ ਕਰਕੇ ਜਿਹੜੀ ਪੁਲਿਸ ਫਰੰਟ ਲਾਈਨ 'ਤੇ ਕੰਮ ਕਰ ਰਹੀ ਹੈ, ਦਿਨ ਰਾਤ ਹੋ ਗਿਆ ਜਿਹੜਾ ਉਹ ਕੰਮ ਕਰਦੇ ਹਾਂ। ਅਤੇ ਸਾਡੇ ਲਈ ਇੱਕ ਇਹ ਵਿਸ਼ਾ ਵੀ ਹੈਗਾ ਕਿ ਜਿਹੜੇ ਪੁਲਿਸ ਮੁਲਾਜ਼ਮਾਂ ਦੀ ਜਿਹੜੀ ਸਿਹਤਯਾਬ ਰਹਿਣ ਅਤੇ ਉਹਦੇ ਲਈ ਖਾਸ ਤੌਰ 'ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਇੱਕ ਤਾਂ ਚੰਗੀ ਅਤੇ ਹੈਲਦੀ ਡਾਈਟ ਉਹਨਾਂ ਨੂੰ ਜਿਹੜੀ ਉਹਦਾ ਖਾਣਾ ਉਹਨਾਂ ਨੂੰ ਪ੍ਰੋਪਰਲੀ ਮਿਲਦਾ ਰਹੇ। ਸਮੇਂ 'ਤੇ ਉਹਨਾਂ ਨੂੰ ਘੱਟੋ ਘੱਟ ਹਰ ਜਵਾਨ ਨੂੰ ਹਫ਼ਤੇ 'ਚ ਇੱਕ ਵਾਰ ਅਤੇ ਜੇ ਲੋੜ ਹੈ ਤਾਂ ਉਹਨੂੰ 2 ਵਾਰ ਵੀ ਉਹਨੂੰ ਰੈਸਟ ਦੇਈਏ, ਕਿਉਂਕਿ ਡਿਊਟੀ ਆਰ ਕਈ ਵਾਰੀ 10 ਘੰਟੇ 12 ਘੰਟੇ ਵੀ ਡਿਊਟੀ ਆਰ ਹੁੰਦੇ ਹੈ। ਪਰ ਉਹ ਕੋਸ਼ਿਸ਼ ਅਸੀਂ ਕਰਦੇ ਹਾਂ, ਰੋਟੇਸ਼ਨ ਬਣਾਈ ਵੀ ਹੈ, ਜਿਹਦੀ ਅੱਜ 2 ਦਿਨ ਨਾਕਿਆਂ 'ਤੇ ਡਿਊਟੀ ਹੋ ਗਈ, ਫਿਰ ਉਹਦੀ ਕੋਈ ਇਸ ਢੰਗ ਦੀ ਲਾਈਟ ਕਿ ਫੋਰਸ ਨੂੰ ਆਰਾਮ ਹੁੰਦਾ ਹੋਵੇ। ਤੀਜਾ, ਅਸੀਂ ਸਾਡੇ ਡਾਕਟਰ ਆ ਜਿਹੜੇ ਉਹ ਵਾਰ-ਵਾਰ ਨਾਕਿਆਂ 'ਤੇ ਜਾ ਕੇ, ਪੁਲਿਸ ਸਟੇਸ਼ਨ ਦੇ ਵਿੱਚ ਜਾ ਕੇ ਅਤੇ ਪੁਲਿਸ ਲਾਈਨ ਦੇ ਵਿੱਚ ਜਾ ਕੇ ਉਹਨਾਂ ਨੂੰ ਜਿਹੜਾ ਫਿਜ਼ੀਕਲੀ ਪਲੱਸ ਉਹਦੇ 'ਚ ਜਿਹੜੇ ਜੋ ਉਹਨਾਂ ਦੇ ਪੈਰਾਮੀਟਰਸ ਹੁੰਦੇ ਆ ਉਹਦੇ ਰਾਹੀਂ ਚੈੱਕ ਕਰਦੇ ਆ, ਜਿਸ ਤੋਂ ਇਹ ਹੋਵੇ ਕਿਉਂਕਿ ਇਹ ਲਾਅ ਐਂਡ ਆਰਡਰ ਵੀ ਮੇਨਟੇਨ ਕਰਨਾ, ਲੋਕਾਂ ਨੂੰ ਘਰਾਂ ਦੇ ਵਿੱਚ ਰੱਖਣਾ ਅਤੇ ਉਹਦੇ ਤੋਂ ਇਲਾਵਾ ਕਈ ਮੁਲਾਜ਼ਮਾਂ ਨੇ ਆਪਦੇ ਤੌਰ 'ਤੇ ਬਹੁਤ ਸਾਰੇ ਸੋਸ਼ਲ ਕੰਮ ਵੀ ਕੀਤੇ, ਉਹ ਕਰਨਾ। ਕਿਤੇ ਇੱਕ ਮੁਲਾਜ਼ਮ ਨੂੰ ਇਹਦੇ ਵਾਇਰਸ ਲੱਗਦਾ ਅਤੇ ਉਹਦੇ ਵਿੱਚ ਕਿਉਂਕਿ ਅਸੀਂ ਮਹਿਸੂਸ ਕਰਦੇ ਹਾਂ ਐਜ਼ ਏ ਪੁਲਿਸ ਵਿਭਾਗ ਸਾਡੇ 'ਤੇ ਬਹੁਤ ਵੱਡੀ ਜ਼ਿੰਮੇਵਾਰੀ ਅਤੇ ਸਾਥੋਂ ਤਵੱਕੋ ਵੀ, ਇਸ ਕਰਕੇ ਸਾਡਾ ਸਿਹਤਯਾਬ ਰਹਿਣਾ, ਸਾਡੀ ਫੋਰਸ ਦਾ ਸਿਹਤਯਾਬ ਰਹਿਣਾ ਬਹੁਤ ਜ਼ਰੂਰੀ ਹੈ। ਅਸੀਂ ਉਹਦੇ ਲਈ ਮਲਟੀ ਵਿਟਾਮਿਨਸ ਹੋਰ ਉਹਨਾਂ ਨੂੰ ਚੰਗੇ ਕਈ ਥਾਵਾਂ 'ਤੇ ਨੋਟ ਕਿ ਹਰ ਰੋਜ਼ ਕਿਤੇ ਨਾ ਕਿਤੇ ਉਹਨਾਂ ਨੂੰ ਫਰੂਟਸ ਵੀ ਦੇ ਰਹੇ ਹਾਂ, ਫੂਡ ਵੀ ਚੰਗਾ ਦੇ ਰਹੇ ਹਾਂ, ਗਰਮ ਚੀਜ਼ਾਂ, ਪਾਣੀ, ਚਾਹ, ਇਹੋ ਜਿਹੀਆਂ ਚੀਜ਼ਾਂ ਵੀ ਅਸੀਂ ਉਹਨੂੰ ਮੁਹੱਈਆ ਕਰਦੇ ਹਾਂ। ਜਿਸ ਤਰ੍ਹਾਂ ਰੂਟੀਨ 'ਚ ਪੁਲਿਸ ਦੇ ਸਿਰ ਬਹੁਤ ਸਾਰੇ ਕੰਮ ਹੁੰਦੇ ਆ, ਪੁਲਿਸ ਅਕਸਰ ਬਿਜ਼ੀ ਹੁੰਦੀ ਹੈ, 10-10 12-12 ਘੰਟੇ ਵੀ ਉਹਨਾਂ ਦੀ ਡਿਊਟੀ ਹੁੰਦੀ ਹੈ। ਪਰ ਇਸ ਲੋਕਡਾਊਨ ਦੇ ਵਿੱਚ ਜਿੱਥੇ ਪੁਲਿਸ ਦੀ ਜ਼ਿੰਮੇਵਾਰੀ ਵੱਧ ਗਈ ਹੈ, ਪੁਲਿਸ ਦੀ ਡਿਊਟੀ ਹੈ ਜਿਹੜੀ ਉਹ ਵੱਧ ਗਈ ਹੈ, ਜਿਸ ਤਰ੍ਹਾਂ ਇੱਕ ਤਾਂ ਤੁਸੀਂ ਆਪਣੇ ਆਪ ਨੂੰ ਸੁਰੱਖਿਅਤ ਰੱਖਣਾ ਹੈ, ਦੂਜਾ ਲੋਕਾਂ ਨੂੰ ਵੀ ਘਰਾਂ ਤੋਂ ਬਾਹਰ ਆਉਣ ਤੋਂ ਰੋਕਣਾ ਹੈ, ਅਤੇ ਤੀਜਾ ਇਹ ਸਾਰੇ ਕਾਸੇ 'ਚ ਚੱਲਦੇ ਹਾਂ ਕਿਉਂਕਿ ਜਿੰਨੇ ਵੀ ਪੁਲਿਸ ਸਟੇਸ਼ਨ ਨੇ ਉਹਨਾਂ 'ਚ ਓਬਵੀਅਸ ਹੈ ਵੀ ਬਹੁਤ ਸਾਰੀਆਂ ਸ਼ਿਕਾਇਤਾਂ ਅਜੇ ਵੀ ਆਉਂਦੀਆਂ ਹੋਣਗੀਆਂ, ਜਾਂ ਜਿਹੜਾ ਤੁਹਾਡਾ ਪੁਲਿਸ ਕੰਟਰੋਲ ਰੂਮ ਹੈ ਉੱਥੇ ਸ਼ਿਕਾਇਤਾਂ 'ਚ ਵਾਧਾ ਹੋਇਆ ਜਾਂ ਮਨਫੀ ਹੋਈਆਂ, ਜੇ ਸ਼ਿਕਾਇਤਾਂ ਆ ਰਹੀਆਂ ਤਾਂ ਉਹ ਕਿਸ ਤਰ੍ਹਾਂ ਦੀਆਂ ਸ਼ਿਕਾਇਤਾਂ ਆ ਰਹੀਆਂ? ਤੇਜਿੰਦਰ ਜੀ, ਪੁਲਿਸ ਦੀ ਹਮੇਸ਼ਾ ਹੀ ਬੜੀ ਚੁਣੌਤੀਪੂਰਵਕ ਨੌਕਰੀ ਹੁੰਦੀ ਹੈ ਅਤੇ ਚੁਣੌਤੀਪੂਰਵਕ ਕੰਮ ਹੁੰਦਾ। ਇਹਦੇ ਵਿੱਚ ਹੁਣ ਅਸੀਂ ਇਹ ਕਹਿ ਸਕਦੇ ਹਾਂ ਵੀ ਫੋਕਸ ਚੇਂਜ ਹੋਇਆ। ਡਿਊਟੀ ਤਾਂ ਸ਼ਾਇਦ ਪਹਿਲਾਂ ਵਾਂਗੂ ਹੀ ਆ, ਪਰ ਫੋਕਸ ਜਿਹੜਾ ਹੁਣ ਟੋਟਲ ਚੇਂਜ ਹੈ। ਫੋਕਸ ਇਹ ਚੇਂਜ ਹੈ ਵੀ ਇਹਦੇ 'ਚ ਜਿੰਨੀ ਮੇਰੀ ਸਰਵਿਸ ਦੇ ਵਿੱਚ ਹੈ ਜਾਂ ਅਸੀਂ ਸਾਡੇ ਸੀਨੀਅਰ ਆਫਿਸਰਸ ਨਾਲ ਵੀ ਗੱਲ ਹੁੰਦੀ ਹੈ, ਉਹਨਾਂ ਦੀ ਸਰਵਿਸ ਦੇ ਵਿੱਚ ਇਹੋ ਜਿਹੀ ਚੁਣੌਤੀ ਕਦੇ ਨਹੀਂ ਸਾਨੂੰ ਫੇਸ ਕਰਨੀ ਪਈ ਐਜ਼ ਏ ਪੁਲਿਸ ਡਿਪਾਰਟਮੈਂਟ। ਸਾਡੇ ਲਈ ਉਹਦੇ 'ਚ ਉਹਨੂੰ ਇਹ ਚੁਣੌਤੀ ਟੋਟਲ ਡਿਫਰੈਂਟ ਹੋ ਗਈ।
ਇਹਦੇ ਵਿੱਚ ਲੋਕਾਂ ਨੂੰ ਸਮਝਾਉਣ ਲਈ ਲੋਕੀ ਰੈਸਟਲੈਸ ਵੀ ਹੋ ਰਿਹਾ, ਲੰਮਾ ਚੱਲ ਰਿਹਾ। ਫਿਰ ਉਹਦੇ ਵਿੱਚ ਕਈ ਉਹਨਾਂ ਦੀਆਂ ਜੈਨੂਅਨ ਤਕਲੀਫਾਂ ਵੀ ਹੈ ਜਿਹੜੀਆਂ ਸਾਨੂੰ ਮਹਿਸੂਸ ਹੁੰਦੀਆਂ ਵੀ ਲੋਕਾਂ ਦੀ ਜੈਨੂਅਨ ਤਕਲੀਫਾਂ, ਪਰ ਉਹ ਤਕਲੀਫ ਨਾਲੋਂ ਵੀ ਅਸੀਂ ਜਿਹੜੀ ਕਰੋਨਾ ਵਾਇਰਸ ਹੈ ਜਿਹੜਾ ਜੇ ਇਹਦੇ ਨਾਲ ਕਿਤੇ ਅੱਗੇ ਬਿਮਾਰੀ ਵੱਧਦੀ ਹੈ ਤੇ ਉਹ ਤਕਲੀਫ ਜ਼ਿਆਦਾ ਵੱਧ ਜੂ। ਇਸ ਕਰਕੇ ਸਾਡੀ ਜਿਹੜੀ ਦਿੱਕਤ ਵੀ ਇਹ ਹੈ ਤੇ ਉਹਨਾਂ ਨੂੰ ਵਾਰ-ਵਾਰ ਸਮਝਾਉਣਾ ਵੀ ਇਹੋ ਜਿਹਾ, ਲੋਕੀ ਵੀ ਯੂਜ਼ ਟੂ ਨਹੀਂ ਸੀ, ਪੁਲਿਸ ਵੀ ਯੂਜ਼ ਟੂ ਨਹੀਂ ਸੀ, ਪਰ ਬਹੁਤ ਮੈਨੂੰ ਲੱਗਦਾ ਵੀ ਬਹੁਤ ਲੈਵਲ ਤੇ ਲੋਕਾਂ ਦਾ ਸਹਿਯੋਗ ਵੀ ਮਿਲ ਰਿਹਾ ਤੇ ਉਹਦੇ ਨਾਲ ਹੌਲੀ-ਹੌਲੀ ਜਿਹੜੇ ਲੋਕ ਐਜੂਕੇਟ ਵੀ ਹੋ ਰਹੇ ਆ। ਜਦੋਂ ਜਿਹੜੇ ਕੇਸਿਸ ਵੱਧਦੇ ਆ ਜਿਵੇਂ, ਤਾਂ ਫਿਰ ਥੋੜ੍ਹਾ ਜਿਹਾ ਡਰ ਵੀ ਪੈਦਾ ਹੁੰਦਾ। ਕਈ ਥਾਵਾਂ 'ਤੇ ਦੇਖਿਆ ਵੀ ਜਿੱਥੇ ਵਿਰੋਧ ਕਰ ਰਹੇ ਸੀ ਪਹਿਲਾਂ ਸਾਡਾ ਵੀ ਇੱਥੇ ਜੀ ਸਾਨੂੰ ਕਿਉਂ ਘਰਾਂ 'ਚ ਵਾੜਦੇ ਆ, ਜਦੋਂ ਕਰੋਨਾ ਦਾ ਕੇਸ ਨਿਕਲ ਗਿਆ ਆਪ ਕਾਲ ਕਰਕੇ ਵੀ ਕਹਿਣ ਲੱਗ ਗਏ ਵੀ ਸਾਡੇ ਪਾਸੇ ਵੀ ਉਹਨੂੰ ਚੰਗੀ ਤਰ੍ਹਾਂ ਸਖਤੀ ਕਰੋ ਜੀ, ਇਹਦਾ ਕਰੋ। ਮਤਲਬ ਇਹ ਲੋਕਾਂ ਦਾ ਵੀ ਇਹ ਵਾਇਰਸ ਦਾ ਜਿਵੇਂ ਵੱਧਦਾ ਜਾ ਰਿਹਾ, ਲੋਕੀ ਇਸ ਗੱਲ ਨੂੰ ਸਮਝਦੇ ਜਾ ਰਹੇ ਆ ਕਿ ਜੋ ਪੁਲਿਸ ਕਰ ਰਹੀ ਹੈ ਇਹ ਉਹਨਾਂ ਦੇ ਭਲੇ ਲਈ ਕਰ ਰਹੀ ਹੈ। ਜਿਹੜੀਆਂ ਇੱਕ 112 ਹੈ ਜਿਹੜਾ, ਇਹ ਸਾਰੇ ਪੰਜਾਬ ਲੈਵਲ 'ਤੇ ਸੈਂਟਰਲ ਕੰਟਰੋਲ ਰੂਮ ਹੈ ਸਾਡਾ, ਉਹਦੇ ਵਿੱਚੋਂ ਜਿਹੜੀਆਂ ਸਾਰੀਆਂ ਕਾਲਸ ਰਿਸੀਵ ਹੁੰਦੀਆਂ ਤੇ ਅੱਗੇ ਜਾ ਕੇ ਜਿਵੇਂ ਹੈ ਸਾਨੂੰ ਅੱਗੇ ਡਿਸਟ੍ਰਿਕਟਸ ਨੂੰ ਹੁੰਦੀਆਂ। ਸਾਡੇ ਇਸ ਸਮੇਂ ਦੇ ਦੌਰਾਨ ਪਿਛਲੇ 1 ਮਹੀਨੇ ਦੇ ਵਿੱਚ ਸਾਨੂੰ 2600 ਦੇ ਕਰੀਬ ਕਾਲਾਂ ਆਈਆਂ, ਜਿਹਦੇ ਵਿੱਚੋਂ ਕੁਛ ਤਾਂ ਐਸੈਂਸ਼ੀਅਲ ਕਮੋਡਿਟੀ ਬਾਰੇ ਸੀ ਵੀ ਸਾਨੂੰ ਆਹ ਚੀਜ਼ਾਂ ਦੀ ਜ਼ਰੂਰਤ ਹੈ, ਉਹਨਾਂ ਨੂੰ ਇੱਥੇ ਭੇਜੀ ਜਾਵੇ। ਕੁਛ ਹੈਗੇ ਮੈਡੀਕਲ ਜਿਹੜੀਆਂ ਸਹੂਲਤਾਂ ਲਈ ਸੀ। ਅਸੀਂ ਕੰਸਰਨਡ ਇੱਕ ਸੈਂਟਰਲਾਈਜ਼ਡ ਡਿਪਟੀ ਕਮਿਸ਼ਨਰ ਦੇ ਜ਼ਿਲ੍ਹੇ ਦੇ ਵਿੱਚ ਇੱਕ ਕੰਟਰੋਲ ਰੂਮ ਬਣਿਆ, ਸਾਡਾ ਸਾਂਝਾ ਕੰਟਰੋਲ ਰੂਮ ਹੈ, ਹਰ ਮਹਿਕਮੇ ਦਾ ਉੱਥੇ ਅਫਸਰ ਬੈਠਦਾ, ਅਸੀਂ ਉੱਥੇ ਕਨਵੇ ਕਰ ਦਿੰਦੇ ਹਾਂ। ਅਤੇ ਜਿਵੇਂ ਲਾਅ ਐਂਡ ਆਰਡਰ ਦੀਆਂ ਜਿਹੜੀਆਂ ਹੈਗੀਆਂ ਵਿੱਚੋਂ ਉਹ ਅਸੀਂ ਡਾਇਰੈਕਟ ਆਪਦੇ ਕੰਸਰਨਡ ਜਿਹੜਿਆਂ ਨੂੰ, ਉਹਦੇ ਵਿੱਚ ਨਿੱਕੇ ਮੋਟੇ ਇਸ਼ੂ ਹੈਗੇ ਆ ਜੀ, ਕੋਈ ਕਹਿੰਦਾ ਜੀ ਇਹ ਬਾਹਰ ਜਾ ਰਿਹਾ ਜੀ, ਮੈਨੂੰ ਇਹ ਕਿਉਂ ਬਾਹਰ ਆ ਗਿਆ, ਕੋਈ ਕਹਿੰਦਾ ਜੀ ਮੈਂ ਉਹਦੇ ਵਿੱਚ ਇਹਨਾਂ ਨੇ ਪਿੰਡਾਂ ਵਾਲਿਆਂ ਨੇ ਲੋਕਡਾਊਨ ਕੀਤਾ ਹੋਇਆ ਸੀ ਤਾਂ ਉਹ ਕਹਿੰਦਾ ਜੀ ਵੀ ਸਾਨੂੰ ਜੀ ਲੰਘਣ ਨਹੀਂ ਦੇ ਰਹੇ, ਮੇਰੀ ਇੱਕ ਦਿੱਕਤ ਆ ਹੋਰ ਹੈ। ਕੋਈ ਛੋਟੀਆਂ ਜਿਹੜੀਆਂ ਚੀਜ਼ਾਂ ਲਈ ਯੂਜ਼ ਟੂ ਨਾ ਹੋਵੇ ਉਹ ਪ੍ਰੋਬਲਮ ਆਉਂਦੀ ਹੈ, ਉਸ ਕਰਕੇ ਅਸੀਂ ਪਰ ਮੌਕੇ 'ਤੇ ਉਹਨੂੰ ਹੱਲ ਕਰ ਰਹੇ ਹਾਂ। ਜੀ ਬਿਲਕੁਲ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਇੱਕ ਸਾਂਝਾ ਕੰਟਰੋਲ ਰੂਮ ਬਣਿਆ। ਸੋ ਮੇਰਾ ਇਹਦੇ ਨਾਲ ਹੀ ਇਹ ਸਵਾਲ ਸੀ ਕਿ ਅੱਜ ਕੱਲ੍ਹ ਜਿਵੇਂ ਸੁਣਨ 'ਚ ਆਇਆ ਕਿ ਘਰੇਲੂ ਹਿੰਸਾ ਦੇ ਜਿਹੜੇ ਮਾਮਲੇ ਆ ਉਹ ਵੱਧ ਰਹੇ ਆ, ਕਿ ਵਾਕਈ ਤੁਹਾਡੇ ਕੋਲ ਪੁਲਿਸ ਕੰਟਰੋਲ ਰੂਮ ਤੇ ਘਰੇਲੂ ਹਿੰਸਾ ਦੇ ਜਿਹੜੇ ਝਗੜਿਆਂ ਦੀ ਗਿਣਤੀ ਹੈ ਉਹ ਸ਼ਿਕਾਇਤਾਂ ਜ਼ਿਆਦਾ ਹੋਈਆਂ ਪਹਿਲਾਂ ਨਾਲੋਂ? ਹਾਂ, ਇਹ ਗੱਲ ਬਿਲਕੁਲ ਠੀਕ ਹੈ ਜੀ। ਹਜੇ ਬਹੁਤ ਸਾਰੇ ਮੀਆਂ ਬੀਬੀ ਜੇ ਕਈ ਵਾਰੀ ਘਰ ਦੇ ਵਿੱਚ ਦੋਵੇਂ ਜੀਅ ਕੰਮ ਕਰਦੇ ਆ ਤਾਂ ਜਾਂ ਕਈ ਵਾਰੀ ਇੱਕ ਜੀਅ ਕੰਮ ਕਰਦਾ, ਅਤੇ ਉਹ ਇੰਨਾ ਲੰਮਾ ਸਮਾਂ ਸ਼ਾਇਦ ਨਾਲ ਰਹਿਣ ਦੀ ਆਦਤ ਨਹੀਂ ਸੀ। ਪਹਿਲਾਂ ਤਾਂ ਸ਼ਾਇਦ ਖੁਸ਼ ਵੀ ਹੋਏ, ਹੌਲੀ ਆਪਸ ਦੇ ਵਿੱਚ ਜਦੋਂ ਇਕੱਠੇ ਰਹਿੰਦੇ ਆ ਕਈ ਝਗੜੇ ਆਉਂਦੇ ਆ। ਅਸੀਂ ਮਹਿਸੂਸ ਕੀਤਾ ਵੀ ਇਹ ਤਾਂ ਜਿਵੇਂ ਕਹਿ ਦਿਓ ਇਹ ਝਗੜਿਆਂ ਦਾ ਨੰਬਰ ਕਾਫੀ ਸਾਨੂੰ ਕਾਲਸ ਆਉਂਦੀਆਂ, ਜਿਹੜੀ ਕੋਸ਼ਿਸ਼ ਕਰੀ ਦੀ ਆ ਉਹਨਾਂ ਦੀ ਕਾਉਂਸਲਿੰਗ ਕਰਕੇ ਸਮਝਾਇਆ ਜਾਵੇ, ਹੋਰ ਵੀ ਜੇ ਸਮਝਾਇਆ ਜਾਵੇ। ਪਿੱਛੇ ਜੇ ਇੱਕ ਬੜੀ ਮੰਦਭਾਗੀ ਘਟਨਾ ਹੋਈ ਹਸਬੈਂਡ ਵਾਈਫ ਦੀ ਝਗੜੇ ਦੇ ਵਿੱਚ, ਅਲਟੀਮੇਟਲੀ ਇਹ ਇੱਥੋਂ ਤੱਕ ਗੱਲ ਵੱਧ ਗਈ, ਹਸਬੈਂਡ ਦੀ ਕੁੱਟਮਾਰ ਕੀਤੀ ਅਤੇ ਉਹ ਜਦੋਂ ਉਹਨਾਂ ਨੇ ਕੰਪਲੇਂਟ ਕਰਤੀ ਤਾਂ ਉਹ ਹਸਬੈਂਡ ਨੂੰ ਇਹ ਲੱਗਿਆ ਕਿ ਵੀ ਮੇਰੀ ਇਹਦੇ 'ਚ ਈਗੋ ਨੂੰ ਹਰਟ ਹੋ ਗਿਆ ਅਤੇ ਇਹਨੇ ਮੇਰੀ ਪਤਨੀ ਨੇ ਕੰਪਲੇਂਟ ਹੀ ਕਿਵੇਂ ਕਰਤੀ ਅਤੇ ਉਹਨੇ ਸੁਸਾਈਡ ਵੀ ਕਮਿਟ ਕਰ ਲਿਆ। ਇਸ ਕਰਕੇ ਇਹ ਪਰਿਵਾਰਕ ਤਣਾਅ ਵੀ ਹੈ ਅਤੇ ਸ਼ਾਇਦ ਇੰਨਾ ਚਿਰ ਇਕੱਠੇ ਰਹਿਣ ਦੀ ਆਦਤ ਵੀ ਨਹੀਂ, ਅਤੇ ਜਾਂ ਉਹ ਹੌਲੀ ਯੂਜ਼ ਟੂ ਹੁੰਦੇ ਆ ਪਰ ਢਲਦਿਆਂ ਟਾਈਮ ਲੱਗੂਗਾ। ਇਸ ਕਰਕੇ ਮੈਨੂੰ ਲੱਗਦਾ ਵੀ ਥੋੜ੍ਹਾ ਜਿਹਾ ਹਜੇ ਟੀਥਿੰਗ ਅਤੇ ਸੈਟਲਮੈਂਟ ਪ੍ਰੋਬਲਮਸ ਹੈ ਜਿਹੜੀਆਂ ਕਿ ਉਹ ਆ ਰਹੀਆਂ, ਪਰ ਹੌਲੀ ਕਿਤੇ ਬਹੁਤ ਸਾਰੇ ਗੁਆਂਢੀ ਵੀ ਕਾਉਂਸਲਿੰਗ ਕਰਦੇ ਆ, ਬਹੁਤ ਸਾਰੇ ਵਾਰੀ ਪੁਲਿਸ ਅਫਸਰ ਵੀ ਕਾਉਂਸਲਿੰਗ ਕਰਦੇ ਆ, ਕਈ ਵਾਰੀ ਹਰ ਥਾਂ 'ਤੇ ਜਾਣਾ ਵੀ ਨਹੀਂ ਪੈਂਦਾ ਗਾ, ਉਹਨਾਂ ਨੂੰ ਕਹਿ ਦਿੱਤਾ ਜਾਂਦਾ ਵੀ ਕੋਈ ਗੱਲ ਨਹੀਂ ਜੀ ਅਸੀਂ ਇਹਨੂੰ ਝਿੜਕਤਾ, ਇਹਦਾ ਅਸੀਂ ਨਾਂ ਨੰਬਰ ਨੋਟ ਕਰ ਲਿਆ, ਇਹਨੂੰ ਅਸੀਂ ਬਾਅਦ ਦੇ ਵਿੱਚ ਜਦੋਂ ਲੋਕਡਾਊਨ ਖਤਮ ਹੋਊਗਾ ਜਾਂ ਉਦੋਂ ਅਸੀਂ ਇਹਦੇ ਖਿਲਾਫ ਕਾਰਵਾਈ ਕਰਾਂਗੇ। ਕਈ ਥਾਵਾਂ 'ਤੇ ਉਹ ਲੱਗਦਾ ਆ ਵੀ ਉਹ ਜਦੋਂ ਕਹਿੰਦੇ ਨਹੀਂ ਜੀ ਜੇ ਨਾ ਪਹੁੰਚੇ ਤਾਂ ਪਤਾ ਨਹੀਂ ਕੀ ਕਰ ਦੂ, ਫਿਰ ਜਾ ਕੇ ਉੱਥੇ ਸਾਡੀ ਪੁਲਿਸ ਪਾਰਟੀ ਜਾਂਦੀ ਹੈ ਅਤੇ ਉਹਨੂੰ ਉੱਥੇ ਜਾ ਕੇ ਉਹਨਾਂ ਦਾ ਫੈਸਲਾ ਵੀ ਕਰਾਉਂਦੀ ਹੈ। ਪਰ ਇਹਦੇ ਵਿੱਚ ਕਈ ਥਾਵਾਂ 'ਤੇ ਜੈਨੂਅਨ ਜਿਵੇਂ ਕਹਿ ਦਿਓ ਇਹ ਜਿਹੜੇ ਵਾਇਲੇਸ਼ਨਸ ਹੈ, ਇਹ ਤਾਂ ਹੋ ਗਈ ਜਿਹੜੀ ਡੋਮੈਸਟਿਕ ਵਾਇਲੈਂਸ ਦੀ, ਜਿਹੜੇ ਵਿੱਚ ਜਿਵੇਂ ਇੱਥੇ ਅਸੀਂ ਇਸ ਟਾਈਮ ਦੇ ਵਿੱਚ 320 ਪਰਚੇ ਅਸੀਂ ਜਿਹੜੇ ਪਟਿਆਲੇ ਵਿਖੇ ਦਰਜ ਕੀਤੇ ਆ, 416 ਬੰਦਿਆਂ ਨੂੰ ਅਸੀਂ ਅਰੈਸਟ ਕੀਤਾ ਇਸ ਮੁਕੱਦਮੇ ਦੇ ਵਿੱਚ। ਅਤੇ ਇਹ ਕਈ ਵਾਰੀ ਇਹ ਹੁੰਦਾ ਇਹ ਬੇਲੇਬਲ ਅਫੈਂਸ ਹੈ, ਜਿਹੜੇ ਡਿਜ਼ਾਸਟਰ ਮੈਨੇਜਮੈਂਟ ਐਕਟ 'ਤੇ ਜਿਹੜਾ ਕਰਫਿਊ ਵਾਇਲੇਸ਼ਨ ਹੈ ਅਤੇ DM ਦੇ ਆਰਡਰ ਦੀ ਵਾਇਲੇਸ਼ਨ ਹੈ। ਸਮਟਾਈਮਸ ਇਹ ਲੋਕਾਂ ਨੂੰ ਇਹ ਲੱਗਦਾ ਵੀ ਇਹਦੇ ਵਿੱਚ ਸ਼ਾਇਦ ਇਹ ਸਾਡਾ ਮਕਸਦ ਨਹੀਂ, ਕਿਉਂਕਿ ਅਸੀਂ ਉਹਨੂੰ ਜੇਲ੍ਹ ਦੇ ਵਿੱਚ ਭੇਜ ਕੇ ਜੇਲ੍ਹ ਦੇ ਵਿੱਚ ਵੀ ਉਸ ਢੰਗ ਨਾਲ ਉਹਨੂੰ ਨਹੀਂ ਬੰਦੇ ਨੂੰ ਕੋਈ ਹਰਾਸ ਨਾ ਹੋਵੇ। ਪਰ ਜਿਨ੍ਹਾਂ 'ਤੇ ਪਰਚਾ ਦਰਜ ਹੋ ਗਿਆ ਉਹਨਾਂ ਨੂੰ ਹਜੇ ਹੁਣ ਸ਼ਾਇਦ ਅਹਿਸਾਸ ਇਸ ਗੱਲ ਦਾ ਘੱਟ ਹੈ, ਪਰ ਜਦੋਂ ਕੋਈ ਵੇਰੀਫਿਕੇਸ਼ਨ ਹੋਣੀ ਹੈ, ਜਦੋਂ ਕੋਈ ਨੌਕਰੀ ਨਵੀਂ ਲੈਣੀ ਹੈ, ਜਦੋਂ ਕੋਈ ਪਾਸਪੋਰਟ ਵੇਰੀਫਿਕੇਸ਼ਨ ਹੋਣੀ ਹੈ, ਆਮ ਲਾਇਸੈਂਸ ਲੈਣਾ ਹੈ ਜਾਂ ਕਿਸੇ ਵੀ ਢੰਗ ਦੀ ਕੋਈ ਵੇਰੀਫਿਕੇਸ਼ਨ ਹੋਣੀ ਹੈ, ਉਦੋਂ ਉਹਨਾਂ ਦੇ ਵਿੱਚ ਲਾਲ ਐਂਟਰੀ ਜਦੋਂ ਹੋਣੀ ਹੈ ਵੀ ਇਹਦੇ ਵਿਰੁੱਧ ਮੁਕੱਦਮਾ ਹੈ, ਅਤੇ ਉਹਦੀ ਬੜੀ ਵੱਡੀ ਦਿੱਕਤ ਹੈ। ਇਸ ਕਰਕੇ ਅਸੀਂ ਵਾਰ-ਵਾਰ ਪਰਚਿਆਂ ਨਾਲੋਂ ਜ਼ਿਆਦਾ ਧਿਆਨ ਐਜੂਕੇਸ਼ਨ 'ਤੇ ਦਿੱਤਾ,
ਪਰ ਮੈਨੂੰ ਲੱਗਦਾ ਵੀ ਜਦੋਂ ਫਿਰ ਨਹੀਂ ਸਮਝਦੇ ਤਾਂ ਫਿਰ ਮਜਬੂਰ ਹੋ ਕੇ ਪਰਚਾ ਹੀ ਇੱਕੋ ਰਾਹ ਰਹਿ ਜਾਂਦਾ ਵੀ ਜਿਹੜਾ ਕਿ ਇੱਕ ਸੁਨੇਹਾ ਜਾਵੇ ਕਿ ਵੀ ਲਾਅ ਆਫ ਲੈਂਡ ਮਸਟ ਪ੍ਰਵੇਲ। ਇਹ ਸਾਰੇ ਪਰਚੇ ਜਿਹੜੇ ਤੁਸੀਂ ਕੀਤੇ ਹੈ ਸਿੱਧੂ ਸਾਹਿਬ, ਇਹ ਸਾਰੇ ਕਰਫਿਊ ਦੀ ਉਲੰਘਣਾ ਵਾਲੇ ਪਰਚੇ ਹੈ ਜੀ? ਨਹੀਂ, ਇਹਨਾਂ ਦੇ ਵਿੱਚੋਂ ਕੁਛ ਜਿਹੜੇ ਕੁਛ ਪਰਚੇ ਇਹਦੇ 'ਚ ਇਹੋ ਜਿਹੇ ਵੀ ਹੈਗੇ ਆ ਜਿਹੜੇ ਕਰਫਿਊ ਦੀ ਉਲੰਘਣਾ ਹੈ, ਜਿਹੜੀ ਕੋਵਿਡ ਦੀਆਂ ਗਾਈਡਲਾਈਨਸ ਆ ਉਹਨਾਂ ਨੂੰ ਵਾਇਲੇਸ਼ਨ ਹੈ। ਕੁਛ ਕੁ ਉਹਦੇ ਵਿੱਚੋਂ ਆਪਸ ਦੇ ਵਿੱਚ ਉਹਨੂੰ ਕਹਿ ਦਿਓ ਪੁਲਿਸ ਪਾਰਟੀਆਂ ਦੇ ਨਾਲ ਵੀ ਜਦੋਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਉੱਥੇ ਤਕਰਾਰਬਾਜ਼ੀ ਕਰਕੇ ਤੇ ਕਈ ਵਾਰੀ ਅਗਰੈਸਿਵ ਹੋ ਕੇ ਅਸਾਲਟ ਕਰਨ ਦੀ ਵੀ ਕੋਸ਼ਿਸ਼ ਕੀਤੀ, ਪਰ ਉਹ ਨੰਬਰ ਬਹੁਤ ਥੋੜ੍ਹਾ 5 ਜਾਂ 6 ਇਹੋ ਜਿਹੇ ਪਰਚੇ ਹੈ। ਜ਼ਿਆਦਾ ਪਰਚੇ ਇਹੀ ਹੈ ਜਿਹੜੇ ਕਰਫਿਊ ਵਾਇਲੇਸ਼ਨ ਦੇ। ਕੀ ਤੁਸੀਂ ਵਹੀਕਲ ਵੀ ਇਹਦੇ ਵਿੱਚ ਬਾਉਂਡ ਕੀਤੇ ਆ ਕੁਝ ਇਸ ਕਰਫਿਊ ਦੇ ਦੌਰਾਨ? ਇਸ ਸਮੇਂ ਦੌਰਾਨ ਅਸੀਂ ਕਰੀਬ 3500 ਜਿਹੜੇ ਵਹੀਕਲ ਹੈ ਜਿਹੜਾ ਚਲਾਨ ਕੀਤਾ, ਤੇ ਜਿਹੜੇ ਇੰਪਾਊਂਡ ਕੋਈ 300 ਤੇ 31 ਦੇ ਕਰੀਬ ਹੈ ਜਿਹੜੇ ਵਹੀਕਲ ਹੈ ਅਸੀਂ ਜਿਹੜੇ ਇੰਪਾਊਂਡ ਕੀਤੇ ਵਹੀਕਲ ਜ਼ਬਤ ਕਰਕੇ ਤੇ ਉਹਨਾਂ ਨੂੰ ਥਾਣਿਆਂ ਦੇ ਵਿੱਚ ਲਿਆ ਕੇ ਉਹਨਾਂ ਨੂੰ ਖੜਾ ਕਰ ਦਿੱਤਾ ਗਿਆ। ਉਹ ਅਦਾਲਤ ਵਿੱਚੋਂ ਆਰਡਰ ਲੈਣਗੇ ਤੇ ਫਿਰ ਉਹਨਾਂ ਦੇ ਜਿਹੜੇ ਵਹੀਕਲ ਹੈ ਜਿਹੜੇ ਉਹ ਛੱਡੇ ਜਾਣਗੇ। ਸਿੱਧੂ ਸਾਹਿਬ, ਜਿਸ ਤਰ੍ਹਾਂ ਪਟਿਆਲੇ ਦੇ ਵਿੱਚ ਲਗਾਤਾਰ ਜਿਹੜੇ ਕਰੋਨਾ ਵਾਇਰਸ ਦੇ ਜਿਹੜੇ ਮਾਮਲੇ ਵੱਧ ਰਹੇ ਆ, ਔਰ ਦੂਜੇ ਪਾਸੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਜੱਦੀ ਸ਼ਹਿਰ ਹੈ, ਜੱਦੀ ਜ਼ਿਲ੍ਹਾ ਹੈ, ਸੋ ਇਸ ਸਾਰੇ ਕਾਸੇ ਦੇ ਵਿੱਚ ਵੀ ਤੁਹਾਡੀ ਜ਼ਿੰਮੇਵਾਰੀ ਹੈ ਜਿਹੜੀ ਉਹ ਅਹਿਮ ਹੋ ਜਾਂਦੀ ਹੈ। ਸੋ ਇਹ ਸਾਰੇ ਦੇ ਚੱਲਦਿਆਂ ਕੀ ਜਿਹੜੇ ਪੁਲਿਸ ਦੇ ਨਾਕੇ ਦਿਨ 'ਚ ਲੱਗੇ ਆ ਜਿਹੜੀ ਥਾਵਾਂ 'ਤੇ, ਕੀ ਰਾਤ ਨੂੰ ਵੀ ਪੁਲਿਸ ਓਨੀ ਹੀ ਮੁਸਤੈਦੀ ਨਾਲ ਸਾਰੇ ਨਾਕਿਆਂ 'ਤੇ ਤਾਇਨਾਤ ਹੈ? ਨਹੀਂ, ਉਹਦੇ 'ਚ ਪੁਲਿਸ ਵੱਲੋਂ ਦਿਨ ਤੇ ਰਾਤ ਨੂੰ ਹੀ ਦੋਨੇ ਟਾਈਮ ਹੀ ਡਿਊਟੀ ਲਾਈ ਜਾਂਦੀ ਹੈ, ਨਾਕੇ ਵੀ ਲਾਈ ਜਾਂਦੇ ਆ। ਅਸੀਂ ਇਹਦੇ 'ਚੋਂ ਜਿਹੜੇ ਡੇ ਟਾਈਮ ਦੇ ਵਿੱਚ ਬਹੁਤ ਸਾਰੇ ਥਾਈਂ ਪੱਕੇ ਫਿਕਸ ਤੇ ਪੈਟਰੋਲਿੰਗ ਨਾਲ ਹੁੰਦੇ ਆ। ਰਾਤ ਟਾਈਮ ਤੇ ਜਿਹੜੇ ਸਾਡੇ ਕਈ ਵਾਰੀ ਸ਼ਿਫਟਿੰਗ ਨਾਕੇ ਤੇ ਸਰਪ੍ਰਾਈਜ਼ ਨਾਕੇ ਵੀ ਹੁੰਦੇ ਆ। ਜਿਹੜਾ ਇਹ ਕਿਸੇ ਨੂੰ ਲੱਗਦਾ ਰਾਤ ਨੂੰ ਕੰਪੈਰੇਟਿਵ ਫੋਰਸ ਦਾ ਨੰਬਰ ਘੱਟ ਹੁੰਦਾ ਪਰ ਸਫੀਸ਼ੀਐਂਟ ਪੈਟਰੋਲਿੰਗ ਪਾਰਟੀਆਂ ਤੇ ਉਹ ਹੁੰਦਾ, ਉਹ ਕਿਉਂਕਿ ਪਹਿਲਾਂ ਸ਼ਾਇਦ ਲੋਕਾਂ ਨੇ ਇਹ ਸੋਚਣਾ ਸ਼ੁਰੂ ਕਰਤਾ ਸੀ ਵੀ ਦਿਨ ਦੇ ਵਿੱਚ ਤਾਂ ਪੁਲਿਸ ਜ਼ਿਆਦਾ ਹੁੰਦੀ ਹੈ ਤੇ ਰਾਤ ਨੂੰ ਅਸੀਂ ਸ਼ਾਇਦ ਜਾ ਕੇ ਤੇ ਉਹ ਕਰ ਸਕਦੇ ਹਾਂ, ਪਰ ਉਹਦੇ ਵਿੱਚ ਵੀ ਸੇਮ ਕਾਨੂੰਨ ਜਿਹੜਾ ਦਿਨ ਵੇਲੇ ਹੈ ਉਹੀ ਰਾਤ ਨੂੰ ਹੈ। ਰਾਤ ਨੂੰ ਵੀ ਅਗਰ ਜੇ ਕੋਈ ਵਾਇਲੇਸ਼ਨ ਕਰਦਾ ਫੜਿਆ ਜਾਂਦਾ ਤਾਂ ਉਹਦੇ ਖਿਲਾਫ ਹੀ ਉਨੀ ਹੀ ਕਾਰਵਾਈ ਹੁੰਦੀ ਹੈ। ਸਿੱਧੂ ਸਾਹਿਬ, ਜਿੱਥੇ ਅਕਸਰ ਪੁਲਿਸ ਨੂੰ ਸਮਾਜ ਵੱਲੋਂ ਇਸ ਗਰਮ ਖਿਆਲੀ ਵਤੀਰੇ ਨਾਲ ਦੇਖਿਆ ਜਾਂਦਾ ਹੈ ਕਿ ਪੁਲਿਸ ਹਮੇਸ਼ਾ ਗਰਮ ਹੀ ਹੁੰਦੀ ਹੈ, ਪਰ ਇਸ ਲਾਕਡਾਊਨ ਦੌਰਾਨ, ਇਸ ਕਰਫਿਊ ਦੌਰਾਨ ਜਿਹੜੀਆਂ ਪੁਲਿਸ ਦੀਆਂ ਬਹੁਤ ਸਾਰੀਆਂ ਵੀਡੀਓਜ਼ ਨੋ ਡਾਊਟ ਕਿ ਕਿਤੇ ਹਿੰਸਾ ਵੀ ਹੋਈ ਹੈ, ਤੇ ਪਰ ਪੁਲਿਸ ਦੀਆਂ ਬਹੁਤ ਸਾਰੀਆਂ ਵੀਡੀਓਜ਼ ਇੱਦਾਂ ਦੀਆਂ ਆ ਰਹੀਆਂ ਨੇ ਕਿ ਉਹ ਹਰ ਕਿਸੇ ਦੀ ਮਦਦ ਕਰ ਰਿਹਾ। ਜਿਵੇਂ ਇੱਕ ਪਟਿਆਲੇ ਤੋਂ ਆਈ ਸੀ ਕਿ ਇੱਕ ਬਜ਼ੁਰਗ ਨੂੰ ਉਹਨਾਂ ਦੇ ਪਰਿਵਾਰ ਵਾਲੇ ਸ਼ਾਇਦ ਜ਼ਿਆਦਾ ਬਿਮਾਰ ਸੀ, ਉਹ ਇੱਥੇ ਪਾਸੀ ਰੋਡ ਤੇ ਛੱਡ ਗਏ ਸੀ ਤੇ ਤੁਹਾਡੇ ਪੁਲਿਸ ਮੁਲਾਜ਼ਮ ਵੱਲੋਂ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ, ਉਹਦਾ ਇਲਾਜ ਕਰਾਇਆ ਗਿਆ। ਠੀਕ ਇਸੇ ਤਰ੍ਹਾਂ ਇੱਕ ਆਇਆ ਸੀ ਕਿ ਕਿਸੇ ਨੇ ਟਵੀਟ ਕੀਤਾ, ਜੰਮੂ ਕਸ਼ਮੀਰ ਦੇ ਵਿਦਿਆਰਥੀ ਨੇ, ਉਹਨੂੰ ਵੀ ਤੁਹਾਡੇ ਪੁਲਿਸ ਆਫੀਸਰਸ ਦੇ ਵੱਲੋਂ ਜਿਹੜੀ ਮਦਦ ਕੀਤੀ ਗਈ ਆ, ਉਹਨਾਂ ਨੂੰ ਰਾਸ਼ਨ ਪਹੁੰਚਾਇਆ ਜਾਏ। ਤੇ ਕੀ ਇਸ ਤਰ੍ਹਾਂ ਦੇ ਕਿੰਨੇ ਕੁ ਮਾਮਲੇ ਆ ਜਿਹੜੇ ਆਏ ਆ, ਜਿਹੜੇ ਤੁਹਾਨੂੰ ਟਵੀਟ ਆਏ ਆ ਜਾਂ ਤੁਹਾਨੂੰ ਫੋਨ ਕਾਲਸ ਆਈਆਂ ਨੇ ਜਿਹੜੇ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਹੋਣ ਜਿਨ੍ਹਾਂ ਦੀ ਪੁਲਿਸ ਵੱਲੋਂ ਮਦਦ ਕੀਤੀ ਗਈ ਹੋਵੇ? ਇਹ ਦੇਖੋ ਜੀ, ਇਹ ਤਾਂ ਬੜੀ ਸਾਡੇ ਲਈ ਇੱਕ ਬੜਾ ਸੂਖਮ ਤੇ ਬਹੁਤ ਹੀ ਅੱਛਾ ਅਹਿਸਾਸ ਹੈ ਵੀ ਕਿਵੇਂ ਲੋਕੀ ਇਸ ਵਿਪਤਾ ਦੀ ਘੜੀ ਦੇ ਵਿੱਚ ਪੰਜਾਬ ਪੁਲਿਸ ਤੇ ਟਰਸਟ ਕਰਦੇ ਆ। ਸਾਨੂੰ ਫੌਰਨ ਤੋਂ ਮੈਸੇਜ ਆਉਂਦੇ ਵੀ ਮੇਰੇ ਪੇਰੈਂਟਸ ਇਕੱਲੇ ਆ, ਉਹ ਬਜ਼ੁਰਗ ਹੈ ਤੇ ਉਹਨਾਂ ਨੂੰ ਕੋਈ ਹੈ ਨਹੀਂ, ਤੇ ਉਹ ਕਹਿੰਦੇ ਵੀ ਜਾ ਕੇ ਅਸੀਂ ਜਦੋਂ ਇਹ ਕਹਿੰਦੇ ਆ ਵੀ ਤੁਸੀਂ ਫਿਕਰ ਨਾ ਕਰੋ, ਇਹ ਸਾਡੇ ਉੱਤੇ ਗੱਲ ਛੱਡ ਦਿਓ, ਅਸੀਂ ਉਹਨਾਂ ਦਾ ਧਿਆਨ ਰੱਖਾਂਗੇ, ਤੇ ਉੱਥੇ ਜਾ ਕੇ ਉਹਨਾਂ ਦੀਆਂ ਲੋੜਾਂ ਨੂੰ ਜਦੋਂ ਪੂਰਾ ਕਰਦੇ ਆ, ਦਵਾਈ ਦਾਰੂ ਦਿੰਦੇ ਆ। ਕੋਈ ਕਿਸੇ ਦੀ ਕੋਈ ਜਿਵੇਂ ਲੱਤ ਫ੍ਰੈਕਚਰ ਹੋ ਗਈ ਤੇ ਉਹਨੂੰ ਕੋਈ ਲਿਜਾਣ ਵਾਲਾ ਨਹੀਂ, ਉਹਨੂੰ ਹਸਪੀਟਲ ਲਿਜਾ ਕੇ ਉਹਦਾ ਪਲਸਤਰ ਕਰਾਉਣੇ ਆ। ਫਿਰ ਕਈ ਬੱਚੇ, ਕਿਸੇ ਨੇ ਆਪਦੇ ਬਾਪ ਨੂੰ ਹੀ ਉਹਦੇ ਚੋਂ ਕੱਢ ਕੇ, ਬਿਮਾਰ ਸੀਗਾ, ਪਿਸ਼ਾਬ ਦੀ ਨਾਲੀ ਵੀ ਲੱਗੀ ਵੀ ਸੀ, ਲਿਆ ਕੇ ਉਹਨੂੰ ਬਾਹਰ ਛੱਡਤਾ, ਉਹਨੂੰ ਲਿਜਾ ਕੇ ਹਸਪੀਟਲ ਅਸੀਂ ਉਹਨੂੰ ਦਾਖਲ ਕਰਾਇਆ। ਫਿਰ ਉਹਦੇ 'ਚ ਕਈ ਪਾਸੋਂ ਮੈਸੇਜ ਆਉਂਦਾ ਵੀ ਜਿਵੇਂ JNK ਦੇ ਸਟੂਡੈਂਟ ਆ, ਉਹ ਗਰਮੀ ਵੱਧਦੀ ਹੈ, ਥੋੜ੍ਹਾ ਜਿਹਾ ਯੂਜ਼ ਟੂ ਨਹੀਂ, ਤੇ ਪਲੱਸ ਕੋਈ ਦਿੱਕਤਾਂ ਆਉਂਦੀਆਂ, ਉਹਨਾਂ ਦੀ ਕਾਉਂਸਲਿੰਗ ਕਰਨਾ, ਉਹਨਾਂ ਨੂੰ ਫੂਡ ਪੈਕਟਸ ਪਵਾਉਣਾ। ਇੱਕ ਇਹ ਡਿਫਰੈਂਟ ਤਰ੍ਹਾਂ ਦੀ ਫੀਲਿੰਗ ਹੈ ਤੇ ਡਿਫਰੈਂਟ ਤਰ੍ਹਾਂ ਦਾ ਅਹਿਸਾਸ ਹੈ। ਮੈਂ ਕਹਿੰਦਾ ਇਹਦੇ ਵਿੱਚ ਮੈਂ ਤਾਂ ਸਾਡੇ ਜਦੋਂ ਅਸੀਂ ਸਾਰੇ ਅਫਸਰ ਬੈਠਦੇ ਹਾਂ, ਅਸੀਂ ਕਹਿੰਦੇ ਹਾਂ ਵੀ ਰੱਬ ਦੇਖੋ ਸਾਡੇ ਤੇ ਕਿੰਨਾ ਮਿਹਰਬਾਨ ਹੈ, ਜਦੋਂ ਅਸੀਂ ਤਕਲੀਫ ਦੇ ਵਿੱਚ ਉਹਦੇ 'ਚ ਕੰਮ ਆ ਸਕਦੇ ਹਾਂ। ਤੇ ਲੋਕ ਵੀ ਉਸ ਗੱਲ ਦਾ ਬਹੁਤ ਜ਼ਿਆਦਾ ਇਹ ਜਿੰਨਾ ਚਿਰ ਹੁਣ ਪਤਾ ਲੱਗਦੀਆਂ ਇਹ ਗੱਲਾਂ ਵੀ ਲੋਕ ਕਿਸ ਤਰੀਕੇ ਨਾਲ ਜਦੋਂ ਚੰਗੇ ਕੰਮ ਹੁੰਦੇ ਆ ਤੇ ਜਾਂ ਉਹ ਚੰਗੇ ਕੰਮ ਉਹ ਲੋਕ ਕਈ ਵਾਰੀ ਸੁਣੀਆਂ ਸੁਣਾਈਆਂ ਗੱਲਾਂ ਵਿੱਚ ਕਰਕੇ ਉਹਨਾਂ ਦੇ ਡਿਫਰੈਂਟ ਟਾਈਪ ਦਾ ਓਪੀਨੀਅਨ ਬਣਾ ਲੈਂਦੇ ਆ। ਤੇ ਹੁਣ ਜਦੋਂ ਲੋਕਾਂ ਸਿੱਧੇ ਤੌਰ ਤੇ ਸਾਡੇ ਨਾਲ ਵਰਤ ਰਹੇ ਆ, ਉਹਨਾਂ ਨੂੰ ਪਤਾ ਲੱਗਦਾ ਤੇ ਫਿਰ ਉਹ ਧੰਨਵਾਦ ਦੇ ਸਾਨੂੰ ਮੈਸੇਜ ਕਰਦੇ ਆ, ਟਵੀਟ ਵੀ ਕਰਦੇ ਆ, ਨਿੱਜੀ ਤੌਰ ਤੇ ਈਮੇਲ ਵੀ ਭੇਜਦੇ ਆ, ਤੇ ਉਹ ਇਸ ਗੱਲ ਨੂੰ ਸਾਡੀ ਸ਼ਲਾਘਾ ਕਰਦੇ ਆ। ਮੈਨੂੰ ਲੱਗਦਾ
ਜਦੋਂ ਹੀ ਕੋਈ ਚੰਗੇ ਕੰਮ ਕੀਤੇ ਦੀ ਜਦੋਂ ਸ਼ਾਬਾਸ਼ ਮਿਲਦੀ ਹੈ ਤੇ ਫੋਰਸ ਉਹਦੇ ਨਾਲ ਮੋਟੀਵੇਟ ਹੁੰਦੀ ਹੈ। ਮੈਂ ਉਹਨਾਂ ਲੋਕਾਂ ਦਾ ਵੀ ਧੰਨਵਾਦ ਕਰਦਾ, ਉਹਨਾਂ ਨੂੰ ਇਹ ਕਹਿਣਾ ਵੀ ਅਸੀਂ ਸਾਡੀ ਇਹ ਡਿਊਟੀ ਹੈ ਜਿੱਥੋਂ ਤੱਕ ਹੋ ਸਕੇ। ਸਾਡੀ ਕਰਫਿਊ ਇੰਪਲੀਮੈਂਟੇਸ਼ਨ ਇੱਕ ਡਿਊਟੀ ਹੈ, ਉਹਦੇ ਤੋਂ ਇਲਾਵਾ ਜਿਹੜੇ ਨਿੱਜੀ ਤੌਰ ਤੇ ਮੁਲਾਜ਼ਮ ਹੈ ਜਿਹੜੇ ਆਪਦੇ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਜਿੱਥੋਂ ਤੱਕ ਉਹਨਾਂ ਆਪਣੇ ਵੱਲੋਂ ਤੇ ਉਹਨਾਂ ਦੇ ਜਿਹੜੇ ਆਪਦੇ ਦੋਸਤ ਮਿੱਤਰਾਂ ਦੇ ਸਹਿਯੋਗ ਦੇ ਨਾਲ ਉਹ ਕਰ ਰਹੇ ਆ, ਅਸੀਂ ਇਹਦੇ ਵਿੱਚ ਖੁਸ਼ ਹੈ। ਸਾਡੇ ਤੇ ਕੋਈ ਪ੍ਰੈਸ਼ਰ ਨਹੀਂਗਾ ਤੇ ਸਾਨੂੰ ਇਸ ਗੱਲ ਦਾ ਵੀ ਇਹ ਲੱਗਦਾ ਵੀ ਸਾਨੂੰ ਇਹ ਸੇਵਾ ਕਰਨ ਦਾ ਮੌਕਾ ਮਿਲਿਆ ਤੇ ਅਸੀਂ ਪੂਰੀ ਫੋਰਸ ਮੇਰੇ ਤੇ ਨਹੀਂ, ਸਾਡੇ ਥੱਲੋਂ ਲੈ ਕੇ ਛੋਟੇ ਤੋਂ ਛੋਟਾ ਮੁਲਾਜ਼ਮ ਵੀ ਲੈ ਕੇ ਜਿਹੜੇ ਇਹਨੂੰ ਕਹਿੰਦੇ ਮੈਜੋਰਟੀ ਹੈ, ਜਿਹੜੇ ਮੈਕਸਿਮਮ ਨੰਬਰ ਹੈ ਜਿਹੜਾ ਉਹ ਇਸ ਗੱਲ ਦੇ ਵਿੱਚ ਚਾਅ ਦੇ ਨਾਲ ਆਪਦੀ ਡਿਊਟੀ ਨੂੰ ਕਰਦੇ ਆ। ਜੀ ਤੁਹਾਡੀਆਂ ਬਹੁਤ ਸਾਰੀਆਂ ਵੀਡੀਓਜ਼ ਵੀ ਆਈਆਂ ਸੀਗੀਆਂ ਕਿ ਤੁਸੀਂ ਬਹੁਤ ਸਾਰੀਆਂ ਜਿਹੜੀਆਂ ਸਲਮ ਬਸਤੀਆਂ ਨੇ ਉਹਨਾਂ 'ਚ ਜਾ ਕੇ ਰਾਸ਼ਨ ਵੀ ਵੰਡਿਆ, ਕਿ ਪੁਲਿਸ ਵੱਲੋਂ ਇਕੱਲਾ ਪਟਿਆਲੇ 'ਚ ਜਾਂ ਸਾਰੇ ਜ਼ਿਲ੍ਹੇ ਦੇ ਵਿੱਚ ਹੀ ਜਿਹੜਾ ਲੋੜਵੰਦਾਂ ਨੂੰ ਰਾਸ਼ਨ ਵਗੈਰਾ ਜਿਹੜਾ ਉਹ ਵੰਡਿਆ ਜਾ ਰਿਹਾ? ਦੇਖੋ ਇਹਦੇ 'ਚ ਨਾ ਸਭ ਤੋਂ ਪਹਿਲਾਂ ਜਿਹੜੀ ਇਹਦੇ 'ਚ ਇਕੱਲਾ ਪਟਿਆਲਾ ਪੁਲਿਸ ਹੀ ਨਹੀਂ, ਪੰਜਾਬ ਪੁਲਿਸ ਦੀ ਇਹਦੇ ਵਿੱਚ ਸ਼ਲਾਘਾ ਹੋਈ ਹੈ। ਅਸੀਂ ਕਰੀਬ 1,39,000 ਕੱਲ੍ਹ ਤੱਕ 1,39,000 ਤੇ 200 ਕਿੰਨੇ ਜਿਹੜੇ ਆ ਰਾਸ਼ਨ, ਜਿਹੜੇ ਡਰਾਈ ਰਾਸ਼ਨ ਤੇ ਦੂਜਾ ਜਿਹੜਾ ਰਾਸ਼ਨ ਹੈ ਜਿਹੜਾ ਉਹ ਅਸੀਂ ਪੈਕਟਸ ਜਿਹੜੇ ਵੰਡੇ ਆ। ਉਹਦੇ ਨਾਲ ਇਕੱਲਾ ਪਟਿਆਲੇ ਨਹੀਂ, ਬਹੁਤ ਸਾਰੇ ਏਰੀਏ ਦੇ ਵਿੱਚ। ਇਹਦੇ ਵਿੱਚ ਇੱਕ ਦੱਸਣਾ ਚਾਹੂੰਗਾ, ਸਿਵਲ ਐਡਮਿਨਿਸਟ੍ਰੇਸ਼ਨ ਹੈ ਜਿਹੜੀ ਮਿਊਨਿਸਪਲ ਕਾਰਪੋਰੇਸ਼ਨ ਹੈ ਤੇ ਪਲੱਸ ਜਿਹੜੀ ਸਿਵਲ ਐਡਮਿਨਿਸਟ੍ਰੇਸ਼ਨ ਹੈ ਉਹ ਬਹੁਤ ਅੱਛਾ ਕੰਮ ਕਰ ਰਹੀ ਹੈ। ਉਹ ਉਹਨਾਂ ਲੋਕਾਂ ਨੂੰ ਲਿਸਟਾਂ ਬਣਾ ਕੇ ਉਹਨਾਂ ਨੂੰ ਉਹ ਜਿਹੜਾ ਸਮਾਨ ਹੈ ਜਿੱਥੇ ਲੋੜਵੰਦਾਂ ਨੂੰ ਸਪਲਾਈ ਕਰ ਰਹੇ ਆ, BPL ਫੈਮਲੀਜ਼ ਆ, ਹੋਰ ਉਹਨਾਂ ਦੇ ਆਪਦੇ ਜਾਬਤੇ, ਉਹਨਾਂ ਦੇ ਕਾਰਡ ਹੈ। ਪਰ ਫਿਰ ਵੀ ਕਈ ਥਾਵਾਂ ਤੇ ਅਸੀਂ ਮਹਿਸੂਸ ਕਰਦੇ ਹਾਂ ਵੀ ਸ਼ਾਇਦ ਇੱਥੇ ਲੋੜ ਹੈ ਤੇ ਪੁਲਿਸ ਉਹ ਜਿਹੜੇ ਫਿਲ ਇਨ ਦੀ ਬਲੈਕਸ ਤੇ ਗੈਪਸ ਹੈ ਉਹਨਾਂ ਨੂੰ ਬਾਖੂਬੀ ਭਰਦੀ ਆ ਰਹੀ ਹੈ। ਉਹਦੇ ਨਾਲ ਪੁਲਿਸ ਤੇ ਟਰਸਟ ਵੀ ਵੱਧਦਾ ਤੇ ਨਾਲ ਉਹਦੇ ਵਿੱਚ ਇੱਕ ਵਾਰੀ ਸਾਨੂੰ ਵੀ ਲੱਗਦਾ ਵੀ ਇਹ ਸਾਰੀ ਗੱਲ ਦੇ ਵਿੱਚ ਅਸੀਂ ਕਿਸੇ ਕੰਮ ਆ ਸਕੇ ਹਾਂ। ਇਸ ਕਰਕੇ ਇਹਨੂੰ ਕਹਿ ਦਿਓ ਵੀ ਪੁਲਿਸ ਦੇ ਮੁਲਾਜ਼ਮ, ਇਹ ਕੋਈ ਮੇਰੇ ਵੱਲੋਂ ਨਹੀਂ ਕਿਹਾ ਗਿਆ ਜਾਂ ਕੋਈ ਇਹਦੇ ਵੱਲੋਂ ਨਹੀਂ ਕਿਹਾ ਗਿਆ, ਆਪ ਮੁਹਾਰੇ ਆ ਜਿਹੜੇ ਮੁਲਾਜ਼ਮ, ਉਹ ਜਿੰਨੀ ਉਹਦੀ ਕਪੈਸਿਟੀ ਹੈ, ਜਿੰਨੇ ਉਹਨਾਂ ਦੇ ਪਰਿਵਾਰ ਅਲਾਓ ਕਰਦੇ ਆ ਤੇ ਜਾਂ ਉਹਨਾਂ ਦੇ ਦੋਸਤ ਮਿੱਤਰ ਜਿਹਦਾ ਜਿੰਨਾ ਦਾਇਰਾ ਹੈਗਾ, ਉਹਨਾਂ ਦੀ ਮਦਦ ਨਾਲ ਆਪਦੀ ਇੱਕ ਸੇਵਾ ਦੇ ਭਾਵਨਾ ਨਾਲ ਹੀ ਉਹ ਲੱਗੇ ਹੋਏ ਆ। ਸਿੱਧੂ ਸਾਹਿਬ, ਜਿੱਥੇ ਹੁਣ ਵਾਢੀ ਦਾ ਸੀਜ਼ਨ ਹੈ, ਕਿ ਜਿਹੜੇ ਕਿਸਾਨਾਂ ਨੂੰ ਪਾਸ ਮਿਲਦੇ ਆ ਉਹ ਮੰਡੀਆਂ 'ਚ ਕਣਕ ਲੈ ਕੇ ਆ ਰਿਹਾ, ਸੋ ਉਹ ਵੀ ਮੇਰੇ ਖਿਆਲ ਹੈ ਇੱਕ ਪੁਲਿਸ ਲਈ ਚੁਣੌਤੀ ਆ। ਔਰ ਦੂਜੇ ਪਾਸੇ ਅਕਸਰ ਜਦੋਂ ਇਹ ਸੀਜ਼ਨ ਹੁੰਦਾ ਉਦੋਂ ਬਹੁਤ ਸਾਰੇ ਧਰਨੇ ਵੀ ਲੱਗਦੇ ਨੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ, ਜਾਂ ਇਹ ਕਹਿ ਸਕਦੇ ਹਾਂ ਕਿ ਕਿਸਾਨ ਜਥੇਬੰਦੀਆਂ ਤੇ ਪੁਲਿਸ ਆਮੋ ਸਾਹਮਣੇ ਖੜੀ ਹੁੰਦੀ ਹੈ। ਸੋ ਇਸ ਦੌਰ ਦੇ ਵਿੱਚ ਕਿਸਾਨ ਜਥੇਬੰਦੀਆਂ ਦਾ ਕੀ ਰੋਲ ਹੈ? ਕੀ ਹੁਣ ਕਿਸਾਨ ਜਥੇਬੰਦੀਆਂ ਪੁਲਿਸ ਨੂੰ ਕਿੰਨਾ ਕੁ ਸਹਿਯੋਗ ਕਰ ਰਹੀਆਂ ਨੇ, ਜਾਂ ਪੁਲਿਸ ਕਿਸਾਨ ਜਥੇਬੰਦੀਆਂ ਨਾਲ ਕਿੰਨਾ ਕੁ ਸਹਿਯੋਗ ਕਰ ਰਹੀਆਂ ਨੇ? ਇਹ ਰਿਸ਼ਤਾ ਜਿਹੜਾ ਇਹ ਕਿਸ ਤਰ੍ਹਾਂ ਨਿਭ ਰਿਹਾ ਤੇ ਕਿਸਾਨਾਂ ਨੂੰ ਮੰਡੀਆਂ 'ਚ ਪੁਲਿਸ ਵੱਲੋਂ ਕੀ ਸਹਿਯੋਗ ਹੈ ਜਿਹੜਾ ਉਹ ਦਿੱਤਾ ਜਾ ਰਿਹਾ, ਤੇ ਤੁਸੀਂ ਮੰਡੀਆਂ 'ਚ ਕਿਸ ਤਰੀਕੇ ਨਾਲ ਆਪਣੇ ਬੰਦੋਬਸਤ ਕੀਤੇ ਹੋਏ ਨੇ ਪੂਰੇ ਜ਼ਿਲ੍ਹੇ 'ਚ? ਦੇਖੋ ਜੀ, ਇਹ ਤਜਿੰਦਰ ਜੀ, ਇਹਦੇ 'ਚ ਕਿਸੇ ਨੂੰ ਵੀ ਪਾਬੰਦੀਆਂ, ਜਿਹੜੀ ਇਨਸਾਨ ਦੀ ਫਿਤਰਤ ਆਜ਼ਾਦ, ਉਹਨੂੰ ਲੱਗਦਾ ਵੀ ਮੇਰੀ ਰੋਕ ਟੋਕ ਨਾ ਹੋਵੇ, ਉਹ ਕਿਸੇ ਨੂੰ ਵੀ ਜਿਹੜੀ ਹੈ ਰੋਕਾਂ ਟੋਕਾਂ ਉਹ ਪਸੰਦ ਨਹੀਂ ਹੁੰਦੀਆਂ। ਤੇ ਪਟਿਆਲਾ CM ਸਾਹਿਬ ਕੈਪਟਨ ਅਮਰਿੰਦਰ ਸਿੰਘ ਹੁਣਾਂ ਦਾ ਆਪਦਾ ਸ਼ਹਿਰ ਹੋਣ ਕਰਕੇ ਬਹੁਤ ਸਾਰੀਆਂ ਜਥੇਬੰਦੀਆਂ ਕਿਸਾਨ ਤੇ ਦੂਜੀਆਂ ਵੀ ਉਹ ਇੱਥੇ ਆ ਕੇ ਕਈ ਪ੍ਰੋਟੈਸਟ ਕਰਦੀਆਂ, ਪਰ ਕਿਸਾਨ ਯੂਨੀਅਨ ਦੇ ਵੀ ਬਹੁਤ ਸਾਰੇ ਇੱਥੇ ਪ੍ਰੋਟੈਸਟ ਹੋਏ ਹੈ। ਪਰ ਹੁਣ ਇਸ ਦੇ ਵਿੱਚ ਜਿਵੇਂ ਜੇ ਪਿੱਛੇ ਜੇ ਅਸੀਂ ਕੋਈ ਜਦੋਂ ਸੀਜ਼ਨ ਸ਼ੁਰੂ ਹੋਣਾ ਸੀ ਤੇ ਇੱਕ ਅਸੀਂ ਕਿਸਾਨਾਂ ਲਈ ਮੈਸੇਜ ਪਾਇਆ ਸੀ ਵੀ ਕਿਸਾਨਾਂ ਨੂੰ ਕਿਹੜੀਆਂ ਚੀਜ਼ਾਂ ਦੇ ਧਿਆਨ ਰੱਖਣਾ ਚਾਹੀਦਾ ਕਿ ਖੇਤਾਂ ਦੇ ਵਿੱਚ ਅੱਗ ਨਾ ਲੱਗੇ, ਕਿਵੇਂ ਟਰਾਂਸਫਾਰਮਰ ਦੇ ਥੱਲੋਂ ਪਹਿਲਾਂ ਕਣਕ ਵੱਢ ਲੈਣੀ ਚਾਹੀਦੀ ਹੈ, ਉਹਦੇ ਖੇਤ ਦੇ ਵਿੱਚ ਚਾਹ ਬਣਾਉਣ ਵੇਲੇ ਅੱਗ ਨੂੰ ਉੱਤੇ ਉਹਨੂੰ ਮਿੱਟੀ ਦੇ ਵਿੱਚ ਦੱਬ ਦੇਣਾ ਚਾਹੀਦਾ, ਹੋਰ ਇਸ ਤਰ੍ਹਾਂ ਦੇ ਸੁਝਾਅ ਸੀ, ਜਿਹੜੀ ਕਿਵੇਂ ਸੋਸ਼ਲ ਡਿਸਟੈਂਸਿੰਗ ਬਣਾਉਣੀ ਚਾਹੀਦੀ ਹੈ, ਕਿਵੇਂ ਮੂੰਹ ਢੱਕ ਕੇ ਆਉਣਾ ਚਾਹੀਦਾ। ਮੇਰੇ ਲਈ ਹੈਰਾਨਗੀ ਵਾਲੀ ਗੱਲ ਵੀ ਸੀ ਤੇ ਖੁਸ਼ੀ ਵਾਲੀ ਗੱਲ ਵੀ ਸੀ। ਸਾਡੀ ਕਿਸਾਨ ਯੂਨੀਅਨ ਅਗਰਾਹਾਂ ਤੇ ਇੱਕ ਕ੍ਰਾਂਤੀਕਾਰੀ ਜਿਹੜੀ ਕਿਸਾਨ ਯੂਨੀਅਨ ਹੈ, ਉਹਨਾਂ ਦੇ ਜਿਹੜੇ ਨੇਤਾਵਾਂ ਨੇ ਇਸ ਗੱਲ ਦੀ ਪਟਿਆਲਾ ਪੁਲਿਸ ਦੀ ਪ੍ਰਸ਼ੰਸਾ ਵੀ ਕੀਤੀ ਹੈ ਵੀ ਉਹਨੂੰ, ਜਿਹੜੇ ਕਿ ਕਿਸਾਨਾਂ ਨੂੰ ਨਾਲ ਰਹਿ ਕੇ ਉਹਨਾਂ ਨੂੰ ਗਾਈਡ ਵੀ ਕਰ ਰਹੇ ਆ। ਹਾਂ, ਦੂਜੇ ਪਾਸੇ ਜਿਵੇਂ ਕਹਿ ਦਿਓ ਵੀ ਪਹਿਲਾਂ ਵਾਂਗੂ ਖੁੱਲੀ ਮੰਡੀ ਜਿਹੜੀ ਕਿਸਾਨ ਲੈ ਕੇ ਆਉਂਦੇ ਸੀ, ਉਹਦੇ ਵਿੱਚ ਹੁਣ ਡਿਫਰੈਂਟ ਟਾਈਪ ਦਾ ਸੈਟਅਪ ਹੈ ਕਿ ਜ਼ਿਆਦਾ ਰਸ਼ ਨਾ ਹੋਵੇ ਤੇ ਉਹ ਮੈਨੂੰ ਲੱਗਦਾ ਮੰਡੀਆਂ ਦੀ ਗਿਣਤੀ ਵੀ ਬਹੁਤ ਵੱਧ ਦਿੱਤੀ ਗਈ, ਸ਼ੈਲਰਾਂ ਦੇ ਵਿੱਚ ਵੀ ਲੱਗ ਰਿਹਾ। ਕਿਸਾਨ ਲਈ ਵੀ ਇਹ ਨਵੀਂ ਗੱਲ ਹੈ ਤੇ ਕੁਝ ਦਿੱਕਤਾਂ ਵੀ ਮਹਿਸੂਸ ਕਰਦੇ ਆ ਵੀ ਉਹ ਚਾਹੁੰਦਾ ਕਿਸਾਨ ਵੀ ਮੈਂ ਜ਼ਿਆਦਾ ਫਸਲ ਸਿੱਟਣੀ ਹੈ ਤੇ ਉਹਨੂੰ ਲੱਗਦਾ ਵੀ ਹਜੇ ਮੈਨੂੰ ਉਨੀ ਖੁੱਲ੍ਹ ਨਹੀਂ ਗੀ। ਉਹ ਖੁੱਲ੍ਹ ਨੂੰ ਜਿਹੜੀ ਚੀਜ਼ ਦੇ ਸਰਕਾਰੀ ਹੁਕਮ ਨੂੰ ਜਾਂ ਉਹਨਾਂ ਦੀ ਸਿਹਤ ਨੂੰ ਧਿਆਨ 'ਚ ਰੱਖ ਕੇ ਫਿਰ ਕਿਹਦੀ ਡਿਊਟੀ ਆਉਂਦੀ ਹੈ, ਫਿਰ ਪੁਲਿਸ ਵਿਭਾਗ ਦੀ ਡਿਊਟੀ ਆਉਂਦੀ ਹੈ।
ਜਦੋਂ ਪੁਲਿਸ ਵਿਭਾਗ ਦੀ ਡਿਊਟੀ ਆਉਂਦੀ ਹੈ ਤਾਂ ਜਿਹੜੇ ਚੰਗੇ ਸਿਆਣੇ ਸਮਝਦਾਰ ਬੰਦੇ ਆ ਉਹ ਤਾਂ ਸਮਝਦੇ ਆ ਜੀ ਇਹ ਸਿਰਫ ਉਹਨਾਂ ਦੇ ਬਚਾਅ ਲਈ ਇਹ ਕੰਮ ਕਰਦੇ ਆ। ਕੁਛ ਕੁ ਦੇ ਮਨ ਦੇ ਵਿੱਚ ਇਹ ਚੱਲਦਾ ਵੀ ਸਾਨੂੰ ਰੋਕ ਕਿਵੇਂ ਰਹੇ ਆ। ਮੈਨੂੰ ਲੱਗਦਾ ਹੈ ਇਹਦੇ ਵਿੱਚ, ਪਰ ਜਦੋਂ ਇਸ ਟਾਈਮ ਦੇ ਵਿੱਚ ਜਦੋਂ ਇਹੋ ਜਿਹੇ ਹਾਲਾਤ ਹੋਣ ਥੋੜ੍ਹਾ ਜਿਹਾ ਟੈਂਸ ਇਸ ਢੰਗ ਦਾ ਹੈ। ਬਾਕੀ ਮੰਡੀਆਂ ਦੇ ਵਿੱਚ ਸਾਡਾ ਪ੍ਰੋਸੀਜਰ ਪਟਿਆਲੇ ਵਿੱਚ ਬੜਾ ਵਧੀਆ ਚੱਲ ਪਿਆ, ਪਰ ਇਹਦੇ ਵਿੱਚ ਕਿਤੇ ਕਿਤੇ ਮੈਨੂੰ ਲੱਗਦਾ ਵੀ ਉਹਨੂੰ ਯੂਜ਼ ਟੂ ਨਹੀਂ ਗਏ, ਪਰ ਉਸ ਟਾਈਮ ਦੇ ਵਿੱਚ ਜੇ ਤੁਹਾਡੀ ਕਿਸਾਨ ਯੂਨੀਅਨ ਪ੍ਰਸ਼ੰਸਾ ਕਰਦੇ ਆ ਤੇ ਸਾਡੇ ਲਈ ਇਹ ਬੜੀ ਸਕੂਨ ਦੀ ਗੱਲ ਹੈ। ਤੇ ਅਸੀਂ ਸਾਰੇ ਮੁਲਾਜ਼ਮਾਂ ਨੂੰ ਵੀ ਦੁਬਾਰਾ ਇਹ ਸੁਨੇਹਾ ਦਿੱਤਾ ਵੀ ਕਿਸਾਨਾਂ ਲਈ, ਕਿਸਾਨ ਕਿਉਂਕਿ ਹੁਣ ਵੈਸੇ ਤਾਂ ਅੱਜ ਜਿਵੇਂ ਬਾਰਿਸ਼ ਪਈ ਹੈ ਤੇ ਇਹਨੂੰ ਕਹਿ ਦਿਓ ਫਸਲ ਦਾ ਝਾੜ ਵੀ ਥੋੜ੍ਹਾ ਜਿਹਾ ਪਿਛਲੇ ਗੇੜੇ ਨਾਲੋਂ ਘੱਟ ਹੈ, ਜਿਹੜਾ ਮੰਡੀਆਂ ਦੇ ਵਿੱਚ ਪਾਇਆ ਗਿਆ। ਜਦੋਂ ਜਿੰਨਾ ਕੁ ਅਸੀਂ ਸਰਵੇ ਕੀਤਾ ਜਾਂ ਆਈਡੀਆ ਕੀਤਾ ਵੀ ਝਾੜ ਪਿਛਲੇ ਸਮੇਂ ਨਾਲੋਂ ਥੋੜ੍ਹਾ ਜਿਹਾ ਘੱਟ ਆ ਰਿਹਾ। ਹੁਣ ਅੱਜ ਜਿਵੇਂ ਬਾਰਿਸ਼ ਪੈ ਗਈ ਹੈ, ਬਾਰਿਸ਼ ਪੈਣ ਨਾਲ ਉਹ ਫਸਲ ਫਿਰ 2 ਦਿਨ ਹਜੇ ਹੋਰ ਲੇਟ ਹੋ ਜਾਊਗੀ। ਇਸ ਕਰਕੇ ਰੈਸਟਲੈਸਨੈਸ ਨੈਚੁਰਲ ਹੈ। ਜਿਹੜੇ ਸਮੂਥ ਕੰਮ ਚੱਲਦੇ ਦੇ ਵਿੱਚ ਜਦੋਂ ਰੋਕਾਂ ਪੈਂਦੀਆਂ ਰੈਸਟਲੈਸ ਹੈਗੀਆਂ, ਪਰ ਸਾਡੇ ਲਈ ਤਾਂ ਚੈਲੰਜ ਹਰ ਘੰਟੇ ਚੇਂਜ ਹੁੰਦੀ ਹੈ ਸਾਡੀ ਚੈਲੰਜ, ਕੋਈ ਸਾਡਾ ਇਹ ਫਿਕਸ ਹੈ ਨਹੀਂਗਾ। ਹੁਣ ਜਦੋਂ ਬਾਰਿਸ਼ ਪੈ ਗਈ ਹੁਣ ਚੈਲੰਜ ਹੋਰ ਢੰਗ ਦੀ ਸ਼ੁਰੂ ਹੋ ਗਈ। ਸਵੇਰੇ ਸਾਡੀ ਚੈਲੰਜ ਸੀ ਮੰਡੀਆਂ ਦੇ ਵਿੱਚ ਆ ਜਾਣ, ਹੁਣ ਚੈਲੰਜ ਹੋਰ ਢੰਗ ਦੀ ਹੋ ਗਈ। ਹਰ ਘੰਟੇ 2 ਘੰਟੇ ਸਮੇਂ ਸਵੇਰੇ ਦੁਪਹਿਰੇ ਸ਼ਾਮ ਚੈਲੰਜ ਚੇਂਜ ਹੁੰਦੀ ਹੈ। ਬਟ ਸਾਨੂੰ ਅਹਿਸਾਸ ਹੈ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ। ਇੱਥੋਂ ਦੀ ਸਾਡੀ ਜਿਹੜੀ ਆਰਥਿਕਤਾ, ਜਿਹੜੀ ਸਾਡੀ ਇਕੋਨਮੀ ਹੈ ਮੇਨ ਐਗਰੀਕਲਚਰ ਬੇਸਡ ਹੈ। ਜੇ ਐਗਰੀਕਲਚਰ ਬੇਸਡ ਹੈ ਤਾਂ ਕਿਸਾਨ ਖੁਸ਼ਹਾਲ ਹੋਊਗਾ, ਕਿਸਾਨ ਖੁਸ਼ ਹੋਊਗਾ, ਤਾਂ ਹੀ ਸਾਨੂੰ ਲੱਗਦਾ ਵੀ ਇਹ ਚੰਗੀ ਗੱਲ ਹੈ। ਸਿੱਧੂ ਸਾਹਿਬ, ਕਿਸਾਨਾਂ ਨਾਲ ਤੁਹਾਡੇ ਵੱਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਸੋ ਇੱਕ ਜਿਹੜੀ ਡਬਲ ਡਿਊਟੀ ਹੋ ਗਈ ਕਿ ਕਿਸਾਨਾਂ ਨੂੰ ਮੰਡੀਆਂ 'ਚ ਵੀ ਪੁਲਿਸ ਮੁਲਾਜ਼ਮ ਤਾਇਨਾਤ ਕਰਨੇ ਪੈ ਰਹੇ ਆ ਔਰ ਬਾਕੀ ਸਾਰੇ ਕਿਤੇ ਵੀ, ਔਰ ਇਹ ਸਾਰੇ ਕਾਸੇ 'ਚ ਕੁਝ ਗੱਲਾਂ ਜਿਹੜੀਆਂ ਆਉਂਦੀਆਂ ਨੇ ਕਿ ਜਦੋਂ ਪੁਲਿਸ ਦੀ ਗੱਡੀ ਜਾਂਦੀ ਹੈ ਸ਼ਹਿਰ ਦੇ ਵਿੱਚੋਂ, ਬਾਜ਼ਾਰਾਂ 'ਚੋਂ ਲੋਕ ਗਲੀਆਂ 'ਚੋਂ ਘਰਾਂ 'ਚ ਵੜ ਜਾਂਦੇ ਆ ਤੇ ਮੁੜ ਕੇ ਫੇਰ ਬਾਹਰ ਆ ਕੇ ਜਾਂ ਚੌਂਕਾਂ 'ਚ ਤਾਸ਼ ਖੇਡਣ ਲੱਗ ਜਾਂਦੇ। ਖਾਸ ਕਰਕੇ ਪਿੰਡਾਂ 'ਚ ਵੀ ਇਦਾਂ ਦੀ ਗੱਲਾਂ ਆ ਰਹੀਆਂ ਨੇ। ਉਸ ਸਾਰੇ ਕਾਸੇ ਨੂੰ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ? ਕਿਉਂਕਿ ਕੱਲ੍ਹ ਡਿਪਟੀ ਕਮਿਸ਼ਨਰ ਪਟਿਆਲਾ ਦੀ ਇੱਕ ਸਟੇਟਮੈਂਟ ਆਈ ਸੀ ਕਿ ਇਹ ਲੋਕਡਾਊਨ ਦੌਰਾਨ, ਕਰਫਿਊ ਦੌਰਾਨ ਪਟਿਆਲੇ ਦੇ ਵਿੱਚ ਕੋਈ ਢਿੱਲ ਨਹੀਂ ਦਿੱਤੀ ਜਾਏਗੀ, ਕਿਉਂਕਿ ਪਟਿਆਲੇ 'ਚ ਇੱਕੋ ਦਮ ਪਰਸੋਂ 15 ਨਵੇਂ ਕੇਸ ਆਏ ਹੈ, ਜਿਹਦੇ ਕਰਕੇ ਪਟਿਆਲਾ ਹੌਟ ਸਪੌਟ ਹੋ ਗਿਆ, ਰੈੱਡ ਜ਼ੋਨ ਇਹਨੂੰ ਅਲਰਟ ਕਰ ਦਿੱਤਾ ਗਿਆ। ਸੋ ਉਸ ਤਰੀਕੇ ਨਾਲ ਜਿਵੇਂ ਉਹਨਾਂ ਨੇ ਕਿਹਾ ਕਿ ਬਹੁਤ ਸਖਤੀ ਹੈ ਜਿਹੜੀ ਉਹ ਕੀਤੀ ਜਾਵੇਗੀ। ਸੋ ਪੁਲਿਸ ਵੱਲੋਂ ਇਹ ਸਾਰੀ ਚੁਣੌਤੀ ਨੂੰ ਕਿਸ ਤਰ੍ਹਾਂ ਨਜਿੱਠਿਆ ਜਾਏਗਾ? ਦੇਖਿਆ ਜਾਵੇ ਤਾਂ ਜਿਹੜੀ ਪਟਿਆਲਾ ਦੀ ਲਗਭਗ 20 ਲੱਖ ਆਬਾਦੀ ਹੈ, 20 ਲੱਖ ਦੀ ਆਬਾਦੀ ਲਈ ਤਜਿੰਦਰ ਜੀ ਉਹਨੂੰ ਅਸੀਂ ਕੋਈ ਸਾਡੇ ਟੋਟਲ ਜ਼ਿਲ੍ਹੇ ਦੇ ਹੈਗੇ ਆ 4000 ਦੇ ਕਰੀਬ ਮੁਲਾਜ਼ਮ ਹੈ, ਤੇ ਜਿਹਦੇ ਵਿੱਚੋਂ ਅਸੀਂ ਲਾ ਲਓ ਵੀ ਲਗਭਗ ਜਿਹੜੇ 3000 ਮੁਲਾਜ਼ਮ ਹੈ ਉਹ ਇਸ ਕੰਮ ਦੀ 3300 3400 ਮੁਲਾਜ਼ਮ ਹੈ ਜਿਹੜੇ ਇਸ ਡਿਊਟੀਆਂ ਲਈ ਦਿਨ ਰਾਤ ਲੱਗਿਆ ਹੋਇਆ। ਜੇ ਨੰਬਰ ਦੇਖਿਆ ਜਾਵੇ ਤਾਂ ਆਬਾਦੀ ਦੇ ਹਿਸਾਬ ਨਾਲ ਕੰਪੈਰੇਟਿਵ ਨੰਬਰ ਬਹੁਤ ਥੋੜ੍ਹਾ ਹੈ। ਇਸ ਕਰਕੇ ਬਹੁਤ ਸਾਰੇ ਥਾਈਂ ਅਸੀਂ ਸਾਰੇ ਨਾਕੇ ਨਹੀਂ ਲਾ ਸਕਦੇ, ਪੈਟਰੋਲਿੰਗ ਲਈ ਜਾਂਦੇ ਆ। ਤੇ ਸ਼ੁਰੂ ਦੇ ਵਿੱਚ ਨੌਨ ਸੀਰੀਅਸਨੈਸ ਪਾਈ ਗਈ ਸੀ। ਜਦੋਂ ਜਾਣਾ, ਜਿੱਥੇ ਹੂਟਰ ਵੱਜ ਗਿਆ ਗੱਡੀ ਦੇਖ ਲਈ, ਭੱਜ ਕੇ ਚਲੇ ਗਏ, ਫਿਰ ਵਾਪਸ ਆ ਗਏ। ਸ਼ਾਇਦ ਉਹਨਾਂ ਲਈ ਇਹ ਖੇਡ ਜੀ ਕਈ ਥਾਈਂ ਵੀ ਬਣ ਗਈ ਸੀ। ਯੰਗਸਟਰ ਜਿਹੜੇ ਉਹਨੂੰ ਉਹ ਕਰ ਗਏ ਸੀ। ਪਿੰਡਾਂ ਦੇ ਵਿੱਚ ਬੈਠਿਆਂ ਵੀ ਚਲੋ ਜੀ ਕਹਿੰਦੇ ਲੋਕਡਾਊਨ ਤਾਂ ਹੈਗਾ ਤੇ ਆਪਾਂ ਇਕੱਠੇ ਬੈਠ ਕੇ ਕਈ ਜਿਵੇਂ ਸੱਥ ਦੇ ਵਿੱਚ ਬਹਿਣਾ, ਬੋਰਡ ਦੀ ਛਾਂ ਬਹਿਣਾ, ਪਿੱਪਲਾਂ ਦੀ ਛਾਂ ਬਹਿਣਾ ਕਰਕੇ ਇਕੱਠੇ ਹੋ ਗਏ ਸੀ। ਉੱਥੇ ਬਾਰ-ਬਾਰ ਸਮਝਾਇਆ। ਗੁਰਦੁਆਰਾ ਸਾਹਿਬ ਦੇ ਉਹਨਾਂ ਦੇ ਵਿੱਚ ਕੋਈ ਜਿਹੜੇ ਧਾਰਮਿਕ ਸਥਾਨ ਹੈ, ਡੇਰਾ, ਗੁਰਦੁਆਰਾ ਸਾਹਿਬ, ਮੰਦਿਰ, ਉੱਥੋਂ ਅਨਾਊਂਸਮੈਂਟ ਵੀ ਕਰਾਈ ਹੈ। ਬਹੁਤ ਸਾਰੇ ਲੋਕ ਸਮਝ ਗਏ। ਮੈਨੂੰ ਲੱਗਦਾ ਸਮਾਂ ਵੀ ਸਮਝਾਉਂਦਾ। ਜੇ ਇਕੱਲਾ ਅਸੀਂ ਰੂਲ ਹੀ ਲਾਗੂ ਕਰੀ ਜਾਈਏ ਉਹਦੀ ਬਜਾਏ ਜਦੋਂ ਇੱਕਦਮ ਕੇਸ ਨਿਕਲੇ ਤੇ ਕੁਛ ਕੁ ਹੁਣ ਲੈਵਲ ਤੇ ਕਰੋਨਾ ਵਾਇਰਸ ਦੇ ਨਾਲ ਮੌਤਾਂ ਵੀ ਹੋਈਆਂ, ਤੇ ਮੈਨੂੰ ਉਸ ਗੱਲ ਦਾ ਵਿੱਚ ਜਦੋਂ ਲੋਕਾਂ ਨੂੰ ਲੱਗਦਾ ਹੈ ਵੀ ਥੋੜ੍ਹਾ ਜਿਹਾ ਉਹਨਾਂ ਦੇ ਮਨ ਦੇ ਵਿੱਚ ਇਸ ਗੱਲ ਦਾ ਜਦੋਂ ਡਰ ਪੈਦਾ ਹੋ ਗਿਆ ਵੀ ਜਿਹੜੀ ਕਰੀਬ ਇਹ ਤਾਂ ਲੋਕਡਾਊਨ ਤੇ ਜਿਹੜਾ ਕਰਫਿਊ ਤਾਂ ਲਗਭਗ ਮਹੀਨੇ ਤੋਂ ਲੱਗਿਆ। ਪੁਲਿਸ ਨੇ ਉਦੋਂ ਪਹਿਲਾਂ ਹੀ ਆਪਦੇ ਪਿੰਡਾਂ ਦੇ ਵਿੱਚ, ਸਾਡੇ ਡੀਜੀਪੀ ਪੰਜਾਬ ਨੇ ਇੱਕ ਬੜਾ ਨਵੇਕਲਾ ਕੰਮ ਸ਼ੁਰੂ ਕੀਤਾ, ਵਿਲੇਜ ਪੁਲਿਸ ਅਫਸਰ ਵਾਲਾ। ਹਰ ਪਿੰਡ ਨੂੰ ਇੱਕ ਪੁਲਿਸ ਅਫਸਰ ਜਿਹੜਾ ਅਲਾਟ ਕਰਕੇ, ਅਸੀਂ ਉਹ ਵਿਲੇਜ ਹਜੇ ਉਹ ਲਾਗੂ ਕਰ ਰਹੇ ਸੀ। ਉਹਦੇ 'ਚ ਜਾ ਕੇ ਪੁਲਿਸ ਅਫਸਰ ਗੁਰਦੁਆਰਿਆਂ 'ਚ ਮੀਟਿੰਗਾਂ ਕਰਕੇ ਉਹਨਾਂ ਨੂੰ ਅਨਾਊਂਸ ਕਰ ਰਹੇ ਸੀ ਵੀ ਐਂ ਕਰਕੇ ਕਰੋਨਾ ਵਾਇਰਸ ਇਹ ਹੁੰਦਾ। ਉਦੋਂ ਕਈਆਂ ਨੇ ਇਸ ਗੱਲ ਦੇ ਮਜ਼ਾਕ ਦੇ ਤੌਰ 'ਤੇ ਸੋਸ਼ਲ ਮੀਡੀਆ 'ਚ ਵੀ ਪਾਇਆ ਵੀ ਪੰਜਾਬੀਆਂ ਨੂੰ ਕਰੋਨਾ ਕੀ ਕਹਿੰਦਾ, ਪੰਜਾਬੀ ਬੜੇ ਬਹਾਦਰ ਹੁੰਦੇ ਆ, ਪੰਜਾਬੀਆਂ ਤੋਂ ਕਰੋਨਾ ਡਰਦਾ, ਭੱਜ ਜੂ, ਹੋਰ ਕਰ ਦੂ, ਇਸ ਤਰ੍ਹਾਂ ਦੀਆਂ ਕਈਆਂ। ਪਰ ਸਮਾਂ ਬਲਵਾਨ ਹੈ ਜੀ। ਸਮਾਂ ਆਪਦੀ ਜਿਹੜੀ ਹੈ ਆਪਦੀ ਵੁਕਤ ਦਿਖਾਉਂਦਾ। ਉਹ ਸਮੇਂ ਦੇ ਨਾਲ ਜਦੋਂ ਹੁਣ ਕਾਫੀ ਕੇਸਿਸ ਨਿਕਲ ਆਏ ਆ, ਕਈ ਥਾਈਂ ਮੌਤਾਂ ਵੀ ਹੋਈਆਂ, ਤੇ ਸਾਡੇ ਆਪਦਾ ਹੀ ਇੱਕ ਸਾਥੀ ਅਫਸਰ ਸ਼ਹੀਦ ਹੋਇਆ। ਕੁਛ ਕੁ ਲੁਧਿਆਣੇ ਹੋਰ ਸਾਡੇ ਪੁਲਿਸ ਅਫਸਰ ਹੈ ਜਿਹੜੇ ਕਰੋਨਾ ਵਾਇਰਸ ਨਾਲ ਪੀੜਤ ਹੋਣ ਕਰਕੇ ਹਸਪੀਟਲਾਂ 'ਚ ਦਾਖਲ ਹੈ, ਤੇ ਉਹਦੇ ਕਾਰਨ ਕੁਛ ਸਰਕਾਰੀ ਹੋਰ ਮਹਿਕਮਿਆਂ ਦੇ ਵੀ ਜਿਹੜੇ ਉਹਦੇ 'ਚ ਜਿਹੜੇ ਫਰੰਟ ਲਾਈਨ 'ਤੇ ਕੰਮ ਕਰ ਰਹੇ ਆ ਉਹਨਾਂ ਦੇ ਵੀ ਅਫਸਰ ਆਏ ਆ। ਤੇ ਹੁਣ ਲੱਗਦਾ ਮੈਨੂੰ
ਸੀਰੀਅਸਨੈਸ ਤਾਂ ਲੋਕਾਂ ਨੂੰ ਪਤਾ ਲੱਗ ਗਈ। ਪਰ ਦੂਜੀ ਗੱਲ ਇਹ ਹੈ, ਜਿਹੜੇ ਹਜੇ ਵੀ ਨਹੀਂ ਸਮਝਣਗੇ ਫਿਰ ਉਹਨਾਂ ਲਈ ਕਾਨੂੰਨ ਬੜਾ ਹੀ ਸਖਤ ਹੈ। ਕਾਨੂੰਨ ਸਖਤ ਹੈ, ਕਾਨੂੰਨ ਦੇ ਵੱਲੋਂ ਢਿੱਲ ਨਹੀਂ ਗੀ, ਪਰ ਮਕਸਦ ਸਾਡਾ ਪਰਚੇ ਦੇਣਾ ਨਹੀਂ ਗਾ। ਮਕਸਦ ਸਮਝਾਉਣਾ, ਸਮਝਾ ਕੇ ਕਹਿਣਾ ਵੀ ਇਹ ਤੁਹਾਡੇ ਲਈ, ਤੁਹਾਡੀ ਪੁਲਿਸ ਤੁਹਾਡੇ ਲਈ ਹੀ ਦਿਨ ਰਾਤ ਖੱਪ ਰਹੀ ਹੈ, ਦਿਨ ਰਾਤ ਡਿਊਟੀ 'ਤੇ ਹੈ। ਇਸ ਕਰਕੇ ਮੈਨੂੰ ਲੱਗਦਾ ਵੀ ਹੁਣ ਅੱਗੇ ਨਾਲੋਂ ਤਾਂ ਫਰਕ ਪਊਗਾ। ਘਰਾਂ ਦੇ ਵੱਡੇ ਸਿਆਣੇ ਬਜ਼ੁਰਗ ਜਾਂ ਬਾਕੀ ਜਿਹੜੇ ਆ ਪਿੰਡਾਂ ਦੇ ਸਿਆਣੇ ਬੰਦੇ, ਵੱਖ-ਵੱਖ ਪਾਰਟੀਆਂ ਦੇ ਨੇਤਾ ਤੇ ਹੋਰ ਸਮਾਜਿਕ ਜਥੇਬੰਦੀਆਂ ਤੇ ਸੋਸ਼ਲ ਆਰਗੇਨਾਈਜੇਸ਼ਨ, NGOs, ਉਹ ਵੀ ਇਸ ਗੱਲ 'ਚ ਆਪਣਾ ਬੜਾ ਵਧੀਆ ਯੋਗਦਾਨ ਪਾ ਰਹੀਆਂ। ਉਹ ਵੀ ਲੋਕਾਂ ਨੂੰ ਇਹ ਸਮਝਾ ਰਹੀਆਂ ਵੀ ਇਸ ਗੱਲ 'ਚ ਪ੍ਰਸ਼ਾਸਨ ਨੂੰ ਸਹਿਯੋਗ ਦਿਓ, ਸਬਰ ਤੋਂ ਕੰਮ ਲਓ। ਸਬਰ ਦਾ ਜਿਹੜਾ ਫਲ ਹੈ ਹਮੇਸ਼ਾ ਮਿੱਠਾ ਹੁੰਦਾ। ਇਹਦੇ 'ਚ ਵੀ ਮੈਨੂੰ ਲੱਗਦਾ ਜਿਹੜਾ ਸਬਰ ਤੋਂ ਕੰਮ ਲੈ ਲਊਗਾ ਉਹਦਾ ਬਚਾਅ ਰਹੂਗਾ। ਜਿਹੜਾ ਸੋਚਦਾ ਹੈ ਵੀ ਕਰੋਨਾ ਨੂੰ ਤਾਂ ਕੋਈ ਗੱਲ ਹੀ ਕੁਛ ਨਹੀਂ, ਅਸੀਂ ਢਾਹ ਲਾਂਗੇ, ਉਹ ਸ਼ਾਇਦ ਉਹ ਢਾਵੇ ਨਾ ਢਾਵੇ ਵੱਖਰੀ ਗੱਲ ਹੈ, ਕਰੋਨਾ ਕਿਤੇ ਉਹਨੂੰ ਪਹਿਲਾਂ ਨਾ ਢਾਲੇ। ਇਹ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ। ਸੋਸ਼ਲ ਮੀਡੀਆ ਦੀ ਸਿੱਧੂ ਸਾਹਿਬ ਤੁਸੀਂ ਗੱਲ ਕੀਤੀ ਹੈ। ਸੋ ਸੋਸ਼ਲ ਮੀਡੀਆ ਤੇ ਜਿਹੜੀਆਂ ਗਲਤ ਅਫਵਾਹਾਂ ਨੇ, ਚਾਹੇ ਉਹ WhatsApp ਨੇ, ਚਾਹੇ Facebook ਨੇ, ਇੱਕ ਪਿੱਛੇ ਜੇ ਕਿਸੇ ਨੇ ਮੁਸਲਿਮ ਧਰਮ ਦੇ ਖਿਲਾਫ ਕੋਈ ਟਿੱਪਣੀ ਕੀਤੀ ਸੀ, ਉਹਦੇ ਤੇ ਤੁਸੀਂ ਪਰਚਾ ਦਿੱਤਾ ਸੀ, ਮੇਰੇ ਖਿਆਲ ਹੈ ਉਹਨੂੰ ਗ੍ਰਿਫਤਾਰ ਕਰਕੇ ਉਹ ਜੇਲ੍ਹ 'ਚ ਹੈ ਸ਼ਾਇਦ। ਤੇ ਕੀ ਹੋਰ ਵੀ ਸੋਸ਼ਲ ਮੀਡੀਆ ਤੇ ਜਿਹੜੇ ਗਲਤ ਅਫਵਾਹਾਂ ਅੱਗੋਂ ਦੀ ਅੱਗੋਂ ਫੈਲਦੀਆਂ ਨੇ, ਜਿਹਦੇ ਕਰਕੇ ਲੋਕਾਂ 'ਚ ਬੜੇ ਸਹਿਮ ਦਾ ਮਾਹੌਲ ਬਣ ਜਾਂਦਾ ਹੈ, ਕਿ ਉਹਦੇ ਤੇ ਵੀ ਪੁਲਿਸ ਵੱਲੋਂ ਕੋਈ ਕਾਰਵਾਈ ਕੀਤੀ ਗਈ ਹੈ? ਦੇਖੋ ਸੋਸ਼ਲ ਮੀਡੀਆ 'ਚ ਸਭ ਤੋਂ ਜਿਹੜੀ ਦਿੱਕਤ ਵਾਲੀ ਗੱਲ ਹੈ ਝੂਠੀ ਅਫਵਾਹ ਫੈਲਾਉਣਾ। ਝੂਠੀ ਜੇ ਅਫਵਾਹ ਫੈਲਾਈ ਹੈ, ਅਸੀਂ ਇੱਥੇ 3 ਪਰਚੇ ਦੇ ਕਰੀਬ ਅਸੀਂ ਇੱਥੇ ਦਿੱਤੇ ਆ। ਉਹਦੇ 'ਚ ਜਿਹੜਾ ਸਾਡਾ ਸਾਈਬਰ ਸੈੱਲ ਆਪਦੀ ਸਾਰੀ ਪੰਜਾਬ ਦੇ ਵਿੱਚ ਆਪਦੇ ਕੰਮਕਾਜ ਦੀ ਧਾਂਕ ਜਿਹੜੀ ਜਮਾ ਚੁੱਕਿਆ। ਨੋ ਡਾਊਟ ਕਿ ਲੈਵਲ ਬਹੁਤ ਜ਼ਿਆਦਾ, ਵੋਲਿਊਮ ਬਹੁਤ ਜ਼ਿਆਦਾ ਜਿਹਨੂੰ ਕਰਨਾ, ਪਰ ਉਹਦੇ ਵਿੱਚੋਂ ਜਿੰਨੇ ਸਾਡੇ ਤੋਂ ਐਫਰਟ, ਜਿੰਨੇ ਸਾਡੇ ਕੋਲੇ ਅਫਸਰ ਟ੍ਰੇਨਡ ਆ, ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਉਹਨਾਂ ਦੇ ਵਿੱਚ ਉਹ ਕੇਸਿਸ ਨੂੰ ਟਰੇਸ ਕਰੀਏ। ਅਸੀਂ ਇਹਨਾਂ ਦੇ ਪਰਚੇ ਦਿੱਤੇ ਆ। ਪਰ ਕਈ ਵਾਰੀ ਇਹ ਜਿਹੜੇ ਮੋਬਾਈਲਾਂ ਦੇ ਵਿੱਚ ਜਿਹਨੂੰ ਜਦੋਂ ਕਹਿ ਦਿਓ, ਜਾਂ ਕਈ ਕਾਗਜ਼ੀ ਸ਼ੇਰ ਤੇ ਜਾਂ ਕਾਗਜ਼ੀ ਸਮਾਜ ਦੇ ਵਿੱਚ ਵੈਸੇ ਹੀ ਇੱਕ ਉਹਨੂੰ ਕਹਿ ਦੇ ਸ਼ੌਂਕੀਆ, ਇੱਕ ਸ਼ਰਾਰਤਬਾਜ਼ੀ ਤੇ ਇੱਕ ਜਾਣਬੁੱਝ ਕੇ, 2-3 ਕੈਟਾਗਰੀਆਂ ਹੈਗੀਆਂ। ਕਈ ਸ਼ਰਾਰਤਬਾਜ਼ੀ, ਕਈ ਸ਼ੌਂਕੀਆ ਤੇ ਕਈ ਜਾਣਬੁੱਝ ਕੇ ਲੋਕਾਂ ਨੂੰ ਲੜਾਉਣ ਲਈ ਤੇ ਡਰ ਪੈਦਾ ਕਰਨ ਲਈ ਉਹ ਕਰਦੇ ਆ। ਉਹ ਟਰੇਸ ਹੋਣ ਦਾ ਕਾਫੀ ਹੱਦ ਤੱਕ ਸਕੋਪ ਹੁੰਦਾ। ਅਸੀਂ ਆਪਦੇ ਵੱਲੋਂ ਕੋਸ਼ਿਸ਼ ਕਰਦੇ ਹਾਂ। ਪਰ ਮੈਂ ਇਹ ਕਹਿਣਾ ਚਾਹੂੰਗਾ, ਗੱਲਾਂ ਜੇ ਤੁਹਾਡੇ ਕੋਲੇ ਸੋਸ਼ਲ ਮੀਡੀਆ ਹੈਗਾ, ਤੁਹਾਡੇ ਕੋਲੇ ਇੰਟਰਨੈਟ ਹੈਗਾ, ਇਹੋ ਜਿਹੀਆਂ ਗੱਲਾਂ ਕਰੋ ਜਿਹਦੇ ਨਾਲ ਸਕੂਨ ਪੈਦਾ ਹੋਵੇ। ਜੇ ਲੋਕਾਂ ਨੂੰ ਕਿਸੇ ਨੂੰ ਉਹਦੇ 'ਚ ਉਹਨੂੰ ਕੰਸੋਲ ਕਰ ਸਕਦੇ ਹੋ, ਆਪਦੇ ਰਿਸ਼ਤੇਦਾਰਾਂ ਨਾਲ, ਮਿੱਤਰਾਂ ਨਾਲ ਵੀਡੀਓ ਕਾਲ ਕਰ ਲਓ, ਦੂਜੀ ਕਾਲ ਕਰ ਲਓ, ਜਿਹੜੇ ਇਹੋ ਜਿਹੇ ਸੁੱਖ ਸੁਨੇਹੇ ਦਿਓ। ਕਿਸੇ ਨੂੰ ਡਰ ਪੈਦਾ ਕਰਕੇ ਕੀ ਉਹਦੇ ਇਨਸਾਨ ਨੂੰ ਮਿਲਦਾ ਨਹੀਂ, ਪਰ ਉਹਦੇ 'ਚੋਂ ਜਿਵੇਂ ਕਹਿੰਦੇ ਆ ਫਿਰ ਸਭ ਫੜੇ ਜਾਣਗੇ। ਤੇ ਉਹਦੇ 'ਚ ਵੀ ਕਾਫੀ ਅਸੀਂ ਕੇਸਿਸ ਜਿਵੇਂ ਟਰੇਸ ਕਰ ਲਏ, ਪਰਚੇ ਵੀ ਦਿੱਤੇ ਆ। ਫਿਰ ਉਹਨਾਂ ਨੂੰ ਪਛਤਾਵਾ ਬਹੁਤ ਹੁੰਦਾ ਵੀ ਉਹਦੇ ਵਿੱਚ ਮੀਆਂ ਬੀਬੀ ਨੇ ਇੱਥੇ ਉਹ ਕਰਤਾ ਵੀ ਇੱਥੇ ਕੱਲ੍ਹ ਤੋਂ ਕਰਫਿਊ ਜਿਹੜਾ ਬਿਲਕੁਲ ਉਹਦੇ 'ਚ ਉਹਨੂੰ ਹੋਊਗੀ, ਆਹ ਗੱਲਾਂ ਹੋਣਗੀਆਂ, ਲੋਕਾਂ ਨੂੰ ਸਾਰੀਆਂ ਕੁਛ ਖੁੱਲ੍ਹਾਂ ਛੁੱਟਾਂ ਦੇ ਦਿੱਤੀਆਂ। ਉਹਦੇ 'ਚ ਲੋਕਾਂ ਨੇ ਇੱਕਦਮ ਸਾਰਿਆਂ ਦੇ ਰੌਲਾ ਰੱਪਾ, ਲੋਕ ਫਿਰ ਘਰਾਂ ਨੂੰ ਨਿਕਲੇ। ਜਦੋਂ ਪਰਚਾ ਹੋਇਆ ਫਿਰ ਅਹਿਸਾਸ ਬਹੁਤ ਕਰਦੇ ਆ ਵੀ ਸਾਥੋਂ ਭੁੱਲ ਹੋ ਗਈ ਜੀ, ਉਹਨੂੰ ਕਰ ਦਿਓ। ਜਿੱਥੋਂ ਤੱਕ ਜੇ ਕੋਈ ਛੋਟੇ ਲੈਵਲ 'ਤੇ ਗੱਲ ਹੁੰਦੀ ਉਹਨੂੰ ਸਮਝਾ ਬੁਝਾ ਵੀ ਦੇਈਦਾ, ਮਕਸਦ ਫਿਰ ਵੀ ਪਰਚਾ ਦਰਜ ਕਰਨਾ ਨਹੀਂ। ਪਰ ਜੇ ਕੋਈ ਸੀਰੀਅਸ ਗੱਲ ਹੈ ਉਹਨੂੰ ਮਾਫ ਨਹੀਂ ਕੀਤਾ ਜਾ ਸਕਦਾ, ਤੇ ਉਹਦੇ 'ਤੇ ਕਾਨੂੰਨ ਬੜਾ ਸਖਤ ਹੈ ਤੇ ਕਾਰਵਾਈ ਵੀ ਅਸੀਂ ਕਰਦੇ ਹਾਂ। ਸੋ ਪੁਲਿਸ ਦੀ ਸਿੱਧੂ ਸਾਹਿਬ ਪੈਣੀ ਨਜ਼ਰ ਹੈ ਕਿ ਸਭ ਫੜੇ ਜਾਣਗੇ। ਕੋਈ ਪੁਲਿਸ ਦੀ ਨਜ਼ਰ ਤੋਂ, ਪੁਲਿਸ ਦੇ ਸਾਈਬਰ ਸੈੱਲ ਤੋਂ ਮੇਰਾ ਖਿਆਲ ਹੈ ਬਾਹਰ ਨਹੀਂ ਹੈ, ਕਿ ਪੂਰੀ ਤਰ੍ਹਾਂ ਸਾਈਬਰ ਸੈੱਲ ਨੇ ਵੀ ਨਿਗਾਹ ਜਿਹੜੀ ਰੱਖੀ ਹੋਈ ਹੈ। ਮੇਰਾ ਇੱਕ ਆਖਰੀ ਸਵਾਲ ਹੈ ਕਿ ਇਹ ਸਾਰੇ ਦੌਰ ਦੇ ਵਿੱਚ ਜਿੱਥੇ ਜਿਹੜੇ ਸਮਾਜ ਵਿਰੋਧੀ ਅਨਸਰ ਨੇ, ਅਕਸਰ ਹੀ ਉਹਨਾਂ ਦਾ ਮਕਸਦ ਆਪਣੇ ਕੰਮ ਦੇ ਵਿੱਚ ਕਾਮਯਾਬ ਹੋਣਾ ਹੁੰਦਾ ਹੈ। ਪਿੱਛੇ ਜੇ ਕੁਝ ਗੱਲਾਂ ਆਈਆਂ ਨੇ, ਸੋਸ਼ਲ ਮੀਡੀਆ 'ਤੇ ਆਈਆਂ ਨੇ, ਕਿ ਇਹ ਸਾਰੇ ਦੌਰ ਦੇ ਵਿੱਚ ਜਿੱਥੇ ਲਾਕਡਾਊਨ ਹੋਇਆ ਪਿਆ, ਕਰਫਿਊ ਲੱਗਿਆ ਹੋਇਆ ਹੈ, ਉੱਥੇ ਕੁਝ ਲੋਕ ਨੇ ਜਿਹੜੇ ਉਹ ਨਜਾਇਜ਼ ਸ਼ਰਾਬ ਵੀ ਵੇਚ ਰਹੇ ਨੇ। ਕੀ ਇਸ ਤਰ੍ਹਾਂ ਦਾ ਮਾਮਲਾ ਵੀ ਤੁਹਾਡੇ ਕੋਲ ਆਇਆ, ਜਾਂ ਇਸ ਚੁਣੌਤੀ ਨੂੰ ਤੁਸੀਂ ਕਿਸ ਤਰ੍ਹਾਂ ਹੈਂਡਲ ਕਰਦੇ ਹੋ? ਇਹ ਦੇਖੋ, ਇਹ ਗਵਰਨਮੈਂਟ ਵੱਲੋਂ ਸਾਰੇ ਠੇਕੇ ਬੰਦ ਹੈ। ਕਈਆਂ ਕੋਲੇ ਸਟਾਕ ਕੀਤੀ ਪਈ ਹੈ, ਚੋਰੀ ਛਿਪੇ ਜਿਵੇਂ ਹਰ ਕੋਈ ਉਹ ਕੋਸ਼ਿਸ਼ ਉਹ ਕਰਦਾ। ਉਹਦੇ ਵਿੱਚੋਂ ਕੁਝ ਫੜੇ ਵੀ ਗਏ ਆ, ਪਰਚੇ ਵੀ ਹੋਏ ਆ। ਪਰ ਉਹਦੇ ਵਿੱਚੋਂ ਇਹੀ ਗੱਲ, ਇਹਦੇ ਤਾਂ ਜਿਹੜੇ ਸਿਆਣਾ ਬੰਦਾ ਸਮਝਦਾਰ ਹੈ, ਇਹ ਜਿਹੜੀ COVID-19 ਦੀ ਜਿਹੜੀ ਦਿੱਕਤ ਹੈ, ਕਰੋਨਾ ਵਾਇਰਸ ਦੀ ਦਿੱਕਤ ਹੈ, ਇਹਦੇ ਵਿੱਚ ਸਰਕਾਰ ਨੂੰ ਕਿੱਡਾ ਵੱਡਾ ਨੁਕਸਾਨ ਹੁੰਦਾ। ਪੰਜਾਬ ਦੇ ਵਿੱਚ ਜਿਹੜੀ ਠੇਕਿਆਂ ਤੋਂ ਇਨਕਮ ਹੈ ਉਹ ਬਹੁਤ ਵੱਡਾ ਸੋਰਸ ਹੈ ਇਨਕਮ ਦਾ। ਸਰਕਾਰ ਵੱਲੋਂ ਠੇਕੇ ਬੰਦ ਹੈ, ਇਨਕਮ ਆ ਨਹੀਂ ਰਹੀ, ਤੇ ਲੋਕੀ ਜਿਨ੍ਹਾਂ ਨੂੰ ਆਦਤ ਹੈ ਜਾਂ ਜਿਹਨੂੰ ਦਾਰੂ ਪੀਣ ਦੀ, ਉਹ ਕਿਤੋਂ ਨਾ ਕਿਤੋਂ ਲੱਭਣ ਦੀ ਕੋਸ਼ਿਸ਼ ਕਰਦੇ ਆ। ਮੈਂ ਤਾਂ ਕਹਿੰਦਾ ਉਹਨਾਂ ਨੂੰ ਵੀ ਇਸ ਗੱਲ ਨੂੰ ਡਿਸਕਰੇਜ ਕਰਨਾ ਚਾਹੀਦਾ ਕਿ ਜਿਹੜੇ ਜਿਨ੍ਹਾਂ ਕੋਲੇ ਕੋਈ ਪਈ ਆ ਪੁਰਾਣੀ, ਤੇ ਉਹ ਕੋਸ਼ਿਸ਼ ਕਰਦੇ ਆ ਵੀ ਇਹਦੇ 'ਚੋਂ ਮੁਨਾਫਾ ਲੈ ਲਈਏ। 2 ਤਰ੍ਹਾਂ ਦੇ ਲੋਕ ਇੱਥੇ ਲੱਗੇ ਹੋਏ ਆ ਪੰਜਾਬ ਦੇ ਵਿੱਚ, ਇੱਕ ਸਹਾਨੁਭੂਤੀ ਵਾਲੇ, ਲੋਕ ਸੇਵਾ ਵਾਲੇ, ਇੱਕ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਬਿਪਤਾ ਦੀ ਘੜੀ ਦੇ ਵਿੱਚ ਵੀ ਮੁਨਾਫੇ ਹੀ ਲੱਭਦੇ ਆ।
ਇਹਦੇ ਵਿੱਚ ਕਾਨੂੰਨ ਦਾ ਇੱਕ ਪੱਖ ਹੁੰਦਾ ਹੈ, ਕਾਨੂੰਨੀ ਕਾਰਵਾਈ ਇੱਕ ਦੂਜੀ ਹੁੰਦੀ ਹੈ। ਕੁਛ ਆਪਦੀ ਨਿਗਾਹ ਦੇ ਵਿੱਚ ਵੀ ਬੰਦੇ ਨੂੰ ਆਪਦਾ ਸਨਮਾਨ ਬਰਕਰਾਰ ਰੱਖਣਾ ਚਾਹੀਦਾ ਹੈ। ਉਦੋਂ ਵੀ ਇਲਾਵਾ ਜਿਵੇਂ ਆਪਾਂ ਸਾਰੇ ਵੱਖ-ਵੱਖ ਧਰਮਾਂ ਨੂੰ ਮੰਨਦੇ ਹਾਂ, ਰੱਬ ਤੋਂ ਡਰਨ ਵਾਲੇ ਬੰਦੇ ਆ, ਰੱਬ ਦੀ ਕਚਹਿਰੀ ਦੇ ਵਿੱਚ ਵੀ ਗੱਲ ਹੁੰਦੀ ਹੈ। ਮੈਨੂੰ ਲੱਗਦਾ ਇਸ ਵਿਪਤਾ ਦੀ ਘੜੀ ਦੇ ਵਿੱਚ ਮੁਨਾਫੇ ਲੈਣੇ, ਨਿੱਜੀ ਮਫਾਦ ਲੈਣ ਦੀ ਬਜਾਏ ਲੋਕ ਭਲੇ ਦੀਆਂ ਗੱਲਾਂ, ਸਮਾਜ ਭਲੇ ਦੀਆਂ ਗੱਲਾਂ ਕਰਨੀਆਂ ਚਾਹੀਦੀਆਂ। ਉਹਦੇ ਨਾਲ ਰੱਬ ਮਿਹਰ ਵੀ ਕਰੂਗਾ ਤੇ ਇਹਦੇ 'ਚ ਸਾਰਿਆਂ ਨੂੰ ਖੁਸ਼ੀਆਂ ਵੀ ਮਿਲਣਗੀਆਂ। ਇਸ ਕਰਕੇ ਬਾਕੀ ਪੰਜਾਬੀ ਆਪਾਂ ਸਾਰੇ ਧਰਮ ਨੂੰ ਮੰਨਣ ਵਾਲੇ, ਉਹ ਗੱਲਾਂ ਦਾ ਅਹਿਸਾਸ ਤਾਂ ਹੈਗਾ, ਪਰ ਉਹ ਮੈਨੂੰ ਲੱਗਦਾ ਵੀ ਜੇ ਇਹਨਾਂ ਗੱਲਾਂ ਤੇ ਚੱਲਾਂਗੇ ਤਾਂ ਸਾਡਾ ਸਾਰਿਆਂ ਦਾ ਹੀ ਫਾਇਦਾ, ਸਮਾਜ ਦਾ ਫਾਇਦਾ। ਤਜਿੰਦਰ ਜੀ ਤੁਹਾਡਾ ਧੰਨਵਾਦ ਸਿੱਧੂ ਸਾਹਿਬ, ਸਾਡੇ ਨਾਲ ਇੰਨਾ ਸਮਾਂ ਗੁਜ਼ਾਰਨ ਲਈ, ਆਪਣਾ ਕੀਮਤੀ ਸਮੇਂ ਚੋਂ ਕੱਢ ਕੇ। ਤੁਹਾਡਾ ਬਹੁਤ-ਬਹੁਤ ਤੁਹਾਡੇ ਰੋਜ਼ਾਨਾ ਸਪੋਕਸਮੈਨ ਦੇ ਸਾਰੇ ਦਰਸ਼ਕਾਂ ਦਾ ਵੀ ਮੈਂ ਧੰਨਵਾਦ ਕਰਦਾ। ਉਹਦੇ 'ਚ ਮੈਂ ਇੱਕ ਸੁਨੇਹਾ ਇਹ ਦਿੰਦਾ ਕਿ ਆਪਾਂ ਸਾਰੇ ਰਲ ਕੇ, ਅਸੀਂ ਪੰਜਾਬੀ ਹਾਂ, ਅਸੀਂ ਸਾਰੇ ਪੰਜਾਬੀ ਆਪਦੀ ਮਿੱਟੀ ਨੂੰ ਪਿਆਰ ਕਰਦੇ ਹਾਂ, ਆਪਦੇ ਦੇਸ਼ ਨੂੰ ਅਸੀਂ ਪਿਆਰ ਕਰਦੇ ਹਾਂ। ਅਸੀਂ ਸਾਰੇ ਫਿਰਕੇ ਰਲ ਮਿਲ ਕੇ ਇਸ ਗੱਲ ਦੇ ਵਿੱਚ, ਇਹ ਜਿਹੜੀ ਬਹੁਤ ਵੱਡੀ ਵਿਪਤਾ, ਇਹਦੇ ਵਿੱਚ ਰਲ ਮਿਲ ਕੇ ਇਹਨੂੰ ਆਪਾਂ ਲੰਘ ਸਕਦੇ ਹਾਂ। ਇਸ ਕਰਕੇ ਇਹ ਹੁਣ ਜਿਹੜੀ ਸਮੇਂ ਦੀ ਸਭ ਤੋਂ ਜ਼ਿਆਦਾ ਲੋੜ ਹੈ, ਇੱਕ ਦੂਜੇ ਨੂੰ ਸਹਿਯੋਗ ਦਿਓ, ਸਰਕਾਰ ਦੇ ਹੁਕਮਾਂ ਨੂੰ ਜਿਹੜੇ ਹੁੰਦੇ ਆ ਉਹਨਾਂ ਨੂੰ ਮੰਨੋ, ਤੇ ਨਾਲ ਨਾਲ ਉਹਦੇ 'ਚ ਇੱਕਦਮ ਹੀ ਬੇਚੈਨ ਨਾ ਹੋਵੋ, ਆਪਦੇ ਪਰਿਵਾਰਕ ਤੌਰ ਤੇ ਵੀ ਬੇਚੈਨ ਨਾ ਹੋਵੋ, ਤੇ ਜੇ ਕੋਈ ਲੋੜਾਂ ਵੀ ਹੈ ਤੇ ਲੋੜਾਂ ਘੱਟ ਤੇ ਸੀਮਤ ਲੋੜਾਂ ਦੇ ਵਿੱਚ ਵੀ ਜਿਉਣਾ ਸਿੱਖੋ। ਧੰਨਵਾਦ ਜੀ। ਸ਼ੁਕਰੀਆ ਸਿੱਧੂ ਆ, ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸ਼ੁਕਰੀਆ ਸਿੱਧੂ ਸਾਹਿਬ। ਸੇਮ ਕਾਨੂੰਨ ਜਿਹੜਾ ਦਿਨ ਵੇਲੇ ਆ ਉਹੀ ਰਾਤ ਨੂੰ ਹੈ। ਰਾਤ ਨੂੰ ਵੀ ਅਗਰ ਜੇ ਕੋਈ ਵਾਇਲੇਸ਼ਨ ਕਰਦਾ ਫੜਿਆ ਜਾਂਦਾ ਤਾਂ ਉਹਦੇ ਖਿਲਾਫ ਵੀ ਉਨੀ ਹੀ ਕਾਰਵਾਈ ਹੋਈ ਹੈ। ਕੁਝ ਸੋਸ਼ਲ ਮੀਡੀਆ 'ਚ ਸਭ ਤੋਂ ਜਿਹੜੀ ਦਿੱਕਤ ਵਾਲੀ ਗੱਲ ਹੈ, ਝੂਠੀ ਅਫਵਾਹ ਫੈਲਾਉਣਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਸਪੋਕਸਮੈਨ ਟੀਵੀ ਤੇ ਮੈਂ ਹਾਂ ਤਜਿੰਦਰ ਸਿੰਘ ਫਤਿਹਪੁਰ। ਅੱਜ ਅਸੀਂ ਕਰੋਨਾ ਵਾਇਰਸ ਦੇ ਚੱਲਦਿਆਂ, ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਦਿਨ ਰਾਤ ਇੱਕ ਕਰਕੇ ਸਾਡੇ ਸਾਰਿਆਂ ਦੀ ਜਾਨ ਬਚਾਉਣ ਲਈ, ਸਾਡੇ ਸਾਰਿਆਂ ਦੀ ਸਿਹਤ ਦੀ ਰਖਵਾਲੀ ਲਈ ਕੰਮ